फिर उत्थे जाके विधानता दसदे मैं तो मीडिया राही तो सुन रहा तो उत्थे जाके रौला पाउंदा मैं तो हनीप्रीत नूं मिलना है, मैं तो हनीप्रीत नूं मिलना है। और देखो सरकारां झुकदियां, कितनी हैरानी वाली गल है। वो हजे पहुँचती है उदों पहलां उहदा कार्ड भी तैयार हो जाता है कि सिर्फ तो सिर्फ 15 दिनों वास्ते यही उहदी सेवा करूँ, यही देखभाल करूँ। इदों उत्ते की हैरानगी, मतलब इस उत्ते कोई मैनूं लगदा सारियां हद्दां पार हो गईयां। बहुत सारिया गल्लां इदां दीयां भी सामने आईयां कि नपुंसक बनाए जा रहे सी नौजवान लड़कियां नूं लैके बहुत सारिया गल्लां। तुसीं तां नेड़ियों देखिया हैगा सिस्टम नूं भी बहुत सारी लड़कियां हले भी परेशान ने। कई जो बच्चे दानियां कढ़ियां हुई वो ना शादी करा सकदियां बेचारियां, वो ना करदे। हुण किन्ना चिर करदे नहीं तो अगला विआह दूगा, विआह के अगली कुड़ी आपदे घरे जाऊगी, आपदा मौजा लऊ। वो हुण ना तो किसी विआही जा सकदियां, ना वो किते होर जा सकदियां। जदों उन्हां दे ऑपरेशन कीते ना, कोई ऑपरेशन थिएटर नहीं सी, कोई उत्थे कुछ नहीं सहूलत नहीं सी उन्हां दी। कईयां दे तां ब्लड भी हो गया, कपड़े भज्जी जांदे सी, लीक अपने टांके टूके टुट जाते, बुरा हाल सी। मतलब उन्हां दा बहुत बुरा हाल सी। कितना समझिए ब्रेन वॉश कर दिंदा सी ये व्यक्ति कि इस तरीके नाल। मैनूं तां इस गल दी हैरानी है कि लोग तैयार किद्दां हो जांदे सी, ਜਿਹੜੀਆਂ लड़कियां ਦੀਆਂ बच्चेदानियां कड्डियां किद्दां तैयार हो गईयां, ਜਿਹੜੇ नौजवानों ਨੂੰ ਪੁੰਸਕ ਬਣਾਇਆ ਗਿਆ किद्दां तैयार हो गए। ਤਿਆਰ ਉਹ 'ਚ ਸਾਡੇ ਮਾਂ ਪਿਓ ਦਾ ਵੀ ਬਹੁਤ ਰੋਲ ਰਿਹਾ ਉਹਨਾਂ ਦੇ ਕਿਉਂ ਰਿਹਾ। ਉਹ ਉਹਨਾਂ ਨੇ ਜਦੋਂ ਉਹਨਾਂ ਨੂੰ ਦੱਸਦੀਆਂ ਤਾਂ ਉਹ ਕਹਿ ਦਿੰਦੇ ਵੀ ਤੁਹਾਡੀ ਜ਼ਿੰਦਗੀ ਇੱਥੇ ਹੀ ਮਰਨਾ, ਇੱਥੇ ਤੁਸੀਂ ਓੜ ਨਿਭਾਉਣੀ ਹੈ ਪਿਤਾ ਜੀ ਨਾਲ। ਇੱਕ ਸਕੂਲ ਹੋਸਟਲ ਹੈ ਪੁਰਾਣੇ ਡੇਰੇ 'ਚ ਲੜਕੀਆਂ ਦਾ, ਉੱਥੇ ਇਹਨੇ ਜਦੋਂ ਗੇੜਾ ਗੂੜਾ ਮਾਰਿਆ ਤੇ ਇਹਨੇ ਕਿਹਾ ਵੀ ਉਹ ਲੜਕੀ ਨੂੰ ਸ਼ਾਮ ਨੂੰ ਮੇਰੇ ਕੋਲ ਭੇਜਣਾ। ਘਰੇ ਜਾ ਕੇ ਉਹਨੇ ਜਦੋਂ ਕਿਹਾ ਵੀ ਇਸ ਤਰ੍ਹਾਂ ਗੱਲ ਮੇਰੇ ਨਾਲ ਹੋਣੀ ਸੀ, ਮੈਂ ਤਾਂ ਆਈ। ਘਰਦਿਆਂ ਨੇ ਉਹਦਾ ਇਤਵਾਰ ਨਹੀਂ ਕੀਤਾ। ਘਰਦਿਆਂ ਦੇ ਤੂੰ ਇਸ ਤਰ੍ਹਾਂ ਹੋ ਸਕਦੀ ਹੈ, ਇੱਥੇ ਇਹ ਜਿਹੀਆਂ ਗੱਲਾਂ ਸੋਚ ਕੇ ਜਾਂ ਇਹ ਜਿਹੇ ਕੰਮ ਕਰਨ ਦੀ ਮਾਰੀ ਆ ਰਹੀਆਂ ਤੇ ਤੈਨੂੰ ਉੱਥੇ ਹੀ ਜਾਣਾ ਪਊਗਾ। ਪਿਤਾ ਜੀ ਦਾ ਨਾਂ ਇਸ ਤਰ੍ਹਾਂ ਲਿਆ ਤਾਂ ਸੋਚ ਲਓ। ਜਿਸ ਵਿਅਕਤੀ ਨੂੰ ਅਦਾਲਤ ਨੇ ਕਹਿਤਾ ਕਿ ਇਹ ਬਲਾਤਕਾਰੀ ਹੈਗਾ, ਇਹ ਕਾਤਲ ਹੈਗਾ, ਹਾਲੇ ਵੀ ਉੱਤੇ ਭਰੋਸਾ ਕੀਤਾ। ਕੁੜੀਆਂ ਇੱਕ ਦੂਜੇ ਨੂੰ ਦੱਸਦੀਆਂ ਸੀ, ਸਭ ਨੂੰ ਪਤਾ ਵੀ ਕੀ ਹੁੰਦਾ ਸੀ, ਪਰ ਉਹ ਜ਼ਮੀਰਾਂ ਮਰੀਆਂ। ਜਿਹੜੀਆਂ ਕੁੜੀਆਂ ਤੇ ਜਿਹੜੇ ਮੁੰਡੇ ਨੇ ਇਸ ਵੇਲੇ ਇਹਨਾਂ ਦੇ ਨਾਲ ਤੁਸੀਂ ਦੱਸਿਆ ਕਿ ਤੁਸੀਂ ਕੁਝ ਕੁ ਦੇ ਨਾਲ ਤਾਂ ਸੰਪਰਕ ਦੇ ਵਿੱਚ ਹੈਗੇ ਹੋ। ਇਹਨਾਂ ਦੀ ਹੁਣ ਜਿਵੇਂ ਤੁਸੀਂ ਦੱਸ ਰਹੇ ਕਿ ਜ਼ਿੰਦਗੀ ਬਦ ਤੋਂ ਬਦਤਰ ਹੋਈ ਪਈ ਹੈ, ਇਹ ਲੋਕਾਂ ਦੇ ਸਾਹਮਣੇ ਜਾਂ ਅਦਾਲਤ ਦੇ ਸਾਹਮਣੇ ਨਹੀਂ ਜਾਣਾ ਚਾਹੁੰਦੇ ਇਸ ਵੇਲੇ। ਜਾਣ ਨੂੰ ਤਿਆਰ ਹੈ ਪਰ ਉਹ ਸਮਾਜ ਤੋਂ ਡਰਦੇ ਆ। ਫਿਰ ਘਰ ਵਾਲੇ ਆਗਿਆ ਨਹੀਂ ਦਿੰਦੇ, ਘਰ ਵਾਲਿਆਂ ਦੇ ਅਸੀਂ ਕੀ ਨੂੰ ਹਾਵਾਂਗੇ। ਕੁਛ ਉਹਨੂੰ ਮੰਨਦੇ ਆ, ਕੁਛ ਉਹਨੂੰ ਮੰਨਦੇ ਆ ਵੀ ਨਹੀਂ ਤੁਸੀਂ ਤਾਂ ਐਵੇਂ ਮਾਰਦੇ ਹੋ ਸਾਡੇ ਪਿਤਾ ਜੀ। ਇਹਦੇ ਵਿੱਚੋਂ ਜਦੋਂ ਅਸੀਂ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰਦੇ ਕਿ ਸਾਰਾ ਕੁਝ ਚੋਣਾਂ ਦੇ ਖਾਤਰ ਹੋ ਰਿਹਾ, ਤਾਂ ਉਦੋਂ ਵੀ ਬੜੀ ਹੈਰਾਨੀ ਹੁੰਦੀ ਹੈ ਕਿ ਸਰਕਾਰਾਂ ਕਿਸ ਤਰੀਕੇ ਨਾਲ ਇੱਕ ਵਿਅਕਤੀ ਨੂੰ ਵਰਤ ਰਹੀਆਂ ਤੇ ਬਾਅਦ ਚੋਂ ਆਪ ਹੀ ਕਹਿੰਦੀਆਂ ਵੀ ਇਹ ਬੰਦਾ ਦੋਸ਼ੀ ਹੈਗਾ, ਅਦਾਲਤਾਂ ਦੇ ਵਿੱਚ ਪਹੁੰਚ ਜਾਂਦਾ। ਅਸਲ 'ਚ ਸਰਕਾਰਾਂ ਵੀ ਵਰਤਦੀਆਂ ਸੀ, ਵਰਤਦਾ ਇਹ ਵੀ ਸੀ। ਇਹ ਕਿਉਂ ਵਰਤਦਾ ਸੀ? 2002 ਤੋਂ ਜਦੋਂ ਇਹ CBI ਇਨਕੁਆਇਰੀ ਸ਼ੁਰੂ ਹੋ ਗਈ ਹੈ, ਉਦੋਂ ਤੋਂ ਇਹ ਸੈਂਟਰ 'ਚ ਜਿਹੜੀ ਸਰਕਾਰ ਹੁੰਦੀ ਸੀ ਉਹਦੇ ਨਾਲ ਚੱਲਣ ਲੱਗ ਗਿਆ ਸੀ। ਕਿਉਂਕਿ ਆਹ ਜਿਹੜੇ 10-15 ਸਾਲ 15 ਸਾਲ ਟੱਪੇ ਹੈ ਨਾ, ਇਹ ਸਿਰਫ ਸਰਕਾਰਾਂ ਨੇ ਆਸ਼ੀਰਵਾਦ ਨਾਲ ਹੀ ਟੱਪੇ। ਪੰਜਾਬ 'ਚ ਬਣੀਆਂ ਸਿੱਟਾਂ ਨੂੰ ਪੇਸ਼ ਨਹੀਂ ਕਰਦੀ ਹਰਿਆਣਾ ਸਰਕਾਰ। ਪੰਜਾਬ ਦੀਆਂ ਸਿੱਟਾਂ ਵਾਰ-ਵਾਰ ਜਾਂਦੀਆਂ ਨੇ ਕਿ ਸਾਨੂੰ ਪੁੱਛਗਿੱਛ ਕਰਨ ਦਿੱਤੀ ਜਾਵੇ ਰਾਮ ਰਹੀਮ ਤੋਂ, ਉਦੋਂ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਤੇ ਹੁਣ ਵੱਖ-ਵੱਖ ਸਮੇਂ ਤੇ ਉਹਨੂੰ ਵੱਖ-ਵੱਖ ਪਰਮਿਸ਼ਨਾਂ ਮਿਲਦੀਆਂ ਨੇ, ਬਾਹਰ ਵੀ ਜਾਂਦਾ, ਸਾਰਾ ਕੁਝ ਕਰਦਾ। ਤਾਂ ਇਹ ਲੱਗਦਾ ਕਿ ਦੋ ਤਰੀਕੇ ਦੀ ਇਸ ਵੇਲੇ ਪੋਲਿਟਿਕਸ ਚੱਲ ਰਹੀ। ਇੱਕ ਘੰਟੇ 'ਚ ਮੈਂ ਆਦਾ ਵੀ ਨਾਲ ਦੀ ਨਾਲ ਤੋਤੇ ਵਾਂਗੂ ਬੋਲੂਗਾ ਵੀ ਹਾਂ ਫਲਾਣੇ ਬੰਦੇ ਨੂੰ ਮੈਂ ਐਂ ਕਿਹਾ ਸੀ, ਫਲਾਣੇ ਨੇ ਐਂ ਕਿਹਾ ਸੀ, ਤੂੰ ਗੱਡੀ 'ਚ ਬੈਠੀ, ਤੂੰ ਫਲਾਣੇ ਥਾਂ 'ਚ ਆਈ, ਤੂੰ ਇੱਥੇ ਆਈ, ਨਾਲ ਦੀ ਨਾਲ ਸਾਹਮਣੇ ਆ ਜਾਊ ਸਾਰਾ ਕੁਝ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਲੋਕੋ ਬਹੁਤ ਵੱਡੇ ਸਵਾਲ ਨੇ ਕਿ ਸਾਡੀ ਜਿਹੜਾ ਸਿਸਟਮ ਬਣਿਆ ਹੋਇਆ, ਨਿਜ਼ਾਮ ਜਿਹੜਾ ਬਣਿਆ ਹੋਇਆ, ਇਹਦੇ ਵਿੱਚ ਬੜੇ ਫੇਰ ਬਦਲ ਹੋ ਜਾਂਦੇ ਨੇ। ਬੰਦਾ ਸਿਆਸਤਦਾਨ ਹੋਵੇ, ਬੰਦਾ ਤਾਕਤਵਰ ਹੋਵੇ ਤਾਂ ਉਹਲੀ ਨਿਯਮ ਹੋਰ ਨੇ, ਜੇ ਬੰਦਾ ਆਮ ਹੋਵੇ ਤਾਂ ਉਹਲੀ ਨਿਯਮ ਹੋਰ ਨੇ। ਜੇ ਬੰਦਾ ਸਿੱਖ ਹੋਵੇ ਉਹਲੀ ਨਿਯਮ ਹੋਰ ਨੇ, ਹਿੰਦੂ ਹੋਵੇ ਉਹਲੀ ਨਿਯਮ ਹੋਰ ਨੇ। ਜਾਣੀ ਕਿ ਧਰਮਾਂ ਦੇ ਆਧਾਰ 'ਤੇ ਨਿਯਮ ਬਦਲ ਜਾਂਦੇ ਨੇ। ਬਹੁਤ ਵੱਡੇ ਸਵਾਲ ਨੇ ਕਿ ਕਿਹੋ ਜਿਹਾ ਸਿਸਟਮ ਬਣਾਇਆ ਗਿਆ, ਜੇ ਸਿਸਟਮ ਨੂੰ ਇਸ ਤਰੀਕੇ ਨਾਲ ਵਰਤਿਆ ਜਾ ਰਿਹਾ ਕਿ ਬਣੇ ਬਣਾਏ ਸਿਸਟਮ ਦੀ ਹੀ ਪੂਰੀ ਤਰ੍ਹਾਂ ਫੱਟੀ ਮੇਸ ਕੀਤੀ ਜਾ ਰਹੀ ਹੈ। ਇਹ ਸਵਾਲ ਇਸ ਕਰਕੇ ਉੱਠ ਰਹੇ ਨੇ ਕਿ ਇੱਕ ਡੇਰੇ ਦਾ ਮੁਖੀ ਜਿਹੜਾ ਬਹੁਤ ਵੱਡੇ ਗੁਨਾਹਗਾਰਾਂ ਦਾ ਆਪਾਂ ਕਹਿ ਲਈਏ ਸਰਗਨਾ ਮੰਨਿਆ ਜਾਂਦਾ ਤੇ ਬਹੁਤ ਵੱਡੇ ਗੁਨਾਹ ਕਰਕੇ ਜੇਲ੍ਹ ਦੇ ਵਿੱਚ ਬੈਠਾ, ਤਾਂ ਉਹਦੇ ਲਈ ਕਾਨੂੰਨ ਕਿਸੇ ਹੋਰ ਤਰੀਕੇ ਦੇ ਹੁੰਦੇ ਨੇ ਤੇ ਜਿਹੜੇ ਬਹੁਤ ਸਾਰੇ ਲੋਕ ਬੰਦੀ ਸਿੰਘ ਜਿਨ੍ਹਾਂ ਨੂੰ ਕਹਿ ਦਿੰਦੇ ਆ, ਉਹਨਾਂ ਲਈ ਨਿਯਮ ਹੋਰ ਨੇ। ਡੇਰਾ ਰਾਮ ਰਹੀਮ ਦੀ ਅਸੀਂ ਗੱਲ ਕਰਦੇ, ਜਦੋਂ
ਡੇਰਾ ਸਿਰਸਾ ਦਾ ਮੁਖੀ, ਤਾਂ ਉਹਦੇ ਪਿਛਲੇ ਦਿਨਾਂ ਦੇ ਵਿੱਚ ਜੋ ਕਾਰਵਾਈਆਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ ਨੇ, ਬਹੁਤ ਵੱਡੇ ਸਵਾਲ ਉਹਨਾਂ ਨੇ ਪੈਦਾ ਕੀਤੇ ਨੇ ਕਿ ਆਖਰਕਾਰ ਇਹ ਸਿਸਟਮ ਦੇ ਵਿੱਚ ਹੋ ਕੀ ਰਿਹਾ। ਕਿਸ ਤਰੀਕੇ ਨਾਲ ਪੈਰੋਲ ਮਿਲ ਜਾਂਦੀ ਹੈ, ਕਿਸ ਤਰੀਕੇ ਨਾਲ ਕਰੋਨਾ ਪੋਜ਼ਿਟਿਵ ਹੋ ਜਾਂਦਾ, ਕਿਸ ਤਰੀਕੇ ਨਾਲ ਕਰੋਨਾ ਪੋਜ਼ਿਟਿਵ ਤੋਂ ਬਾਅਦ ਨੈਗੇਟਿਵ ਹੋ ਜਾਂਦਾ, ਕਿਸ ਤਰੀਕੇ ਨਾਲ ਹਨੀਪ੍ਰੀਤ ਮਿਲਣ ਆ ਜਾਂਦੀ ਹੈ। ਤਾਂ ਇਹ ਬਹੁਤ ਵੱਡੇ ਸਵਾਲ ਨੇ ਕਿ ਇੱਕ ਵਿਅਕਤੀ ਦੇ ਨਾਲ ਅਜਿਹਾ ਖਾਸ ਵਤੀਰਾ ਕਿਉਂ ਕੀਤਾ ਜਾ ਰਿਹਾ, ਜਦ ਕਿ ਉਹਨਾਂ ਜੇਲ੍ਹਾਂ ਦੇ ਵਿੱਚ ਹੀ ਬਹੁਤ ਸਾਰੇ ਹੋਰ ਵੀ ਲੋਕ ਨੇ, ਉਹਨਾਂ ਦੇ ਲਈ ਕਦੇ ਵੀ ਅਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ। ਇਸ ਮਸਲੇ 'ਤੇ ਜ਼ਿਆਦਾ ਗੱਲਬਾਤ ਲਈ ਸਾਡੇ ਨਾਲ ਅੱਜ ਖੱਟਾ ਸਿੰਘ ਨੇ, ਕਿਉਂਕਿ ਪੂਰੇ ਸਿਸਟਮ ਨੂੰ ਜਿਹੜਾ ਡੇਰਾ ਸਿਰਸਾ ਦਾ ਹੈਗਾ ਉਹਨੂੰ ਨਜ਼ਦੀਕ ਤੋਂ ਦੇਖਦੇ ਨੇ। ਤਾਂ ਪਿਛਲੇ ਸਮੇਂ ਦੇ ਵਿੱਚ ਜੇ ਰਾਮ ਰਹੀਮ ਜੇਲ੍ਹ ਦੇ ਵਿੱਚ ਗਿਆ ਤਾਂ ਖੱਟਾ ਸਿੰਘ ਦੀ ਅਹਿਮ ਭੂਮਿਕਾ ਰਹੀ। ਖੱਟਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸਵਾਗਤ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਕਿਸ ਤਰੀਕੇ ਨਾਲ ਸਿਸਟਮ ਨੂੰ ਹਿਲਾ ਦਿੱਤਾ ਗਿਆ, ਬਦਲ ਦਿੱਤਾ ਗਿਆ ਜਾਂ ਆਪਣੇ ਹਿਸਾਬ ਨਾਲ ਛੇੜਿਆ ਜਾ ਰਿਹਾ। ਇਹ ਰਾਮ ਰਹੀਮ ਦੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪੈਰੋਲ ਹੋਈ, ਉਸ ਤੋਂ ਬਾਅਦ ਹੁਣ ਜਿਸ ਤਰੀਕੇ ਨਾਲ ਕਰੋਨਾ ਪੋਜ਼ਿਟਿਵ ਫਿਰ ਨੈਗੇਟਿਵ ਹਨੀਪ੍ਰੀਤ ਮਿਲਣ ਜਾਂਦੀ ਹੈ, ਕਿ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਇਹਨੂੰ ਇੱਕ ਤਰ੍ਹਾਂ ਦਾ ਦੇਖੀ ਤਾਂ ਖਿਡੌਣਾ ਬਣਿਆ ਪਿਆ। ਸਰਕਾਰਾਂ ਔਰ ਰਾਮ ਰਹੀਮ ਇੱਕ ਪਹਿਲਾਂ ਸੁਣਦੇ ਹੁੰਦੇ ਸੀ ਵੀ ਵੱਡੇ ਰਾਜੇ ਮਹਾਰਾਜਿਆਂ ਦੀਆਂ ਇਸ ਤਰ੍ਹਾਂ ਹੋ ਜਾਂਦੀਆਂ, ਉਹ ਪਰ ਹੁਣ ਉਹ ਗੁਰਮੀਤ ਸਿੰਘ ਰਾਮ ਰਹੀਮ 'ਤੇ ਉਹ ਲਾਗੂ ਹੋ ਰਿਹਾ। ਕਿਉਂਕਿ ਜਿਹੜਾ ਤਕੜਾ ਬੰਦਾ ਹੈ ਉਹਨੂੰ ਇੱਕ ਦਿਨ ਵਾਸਤੇ PGI ਰੋਹਤਕ ਲਿਆਂਦਾ ਜਾ ਰਿਹਾ, ਉਹ ਟੈਸਟ ਕਰਕੇ ਦੁਬਾਰੇ ਰੋਹਤਕ ਜੇਲ੍ਹ ਭੇਜ ਦਿੱਤਾ ਜਾਂਦਾ। ਉਹ ਫਿਰ ਕਹਿੰਦਾ ਮੇਰੇ ਪੇਟ ਦਰਦ ਹੈ, ਹੋਰ ਦਰਦ ਹੋਵੇ ਤਾਂ ਕੋਈ ਨਾ ਕੋਈ ਸਕੀਨ ਰਾਹੀਂ ਕੋਈ ਐਕਸਰੇ ਰਾਹੀਂ ਆ ਜਾਏ। ਪੇਟ ਦਾ ਦਰਦ ਹੈ ਜਾਂ ਵੀ ਛੋਟੇ ਬੱਚੇ ਸਕੂਲ ਜਾਂਦੇ ਵੀ ਕਹਿ ਦਿੰਦੇ ਮੇਰੇ ਤਾਂ ਪੇਟ ਦਰਦ ਹੈ ਜੀ। ਉਹ ਪੇਟ ਦਰਦ ਦਾ ਇਹ ਹੁੰਦਾ ਵੀ ਬਹਾਨਾ ਬਣਾਉਣਾ ਹੁੰਦਾ, ਉਹ ਬਹਾਨਾ ਬਣਾ ਕੇ ਦੁਬਾਰੇ ਫਿਰ PGI ਲਿਆਂਦਾ ਜਾ ਰਿਹਾ। ਉੱਧਰੋਂ ਸਰਕਾਰ, ਹਰਿਆਣਾ ਸਰਕਾਰ, ਉਹਦੇ ਐਂ ਸਮਝੋ ਆਪਾਂ ਐਂ ਸਮਝੀ ਤਾਂ ਉਹਦੇ ਗੁਲਾਮ ਹੋਈ ਪਈ ਹੈ ਇੱਕ ਤਰ੍ਹਾਂ ਦਾ। ਕਿਉਂ ਗੁਲਾਮ ਹੈ? ਵੀ PGI ਰੋਹਤਕ ਦਾ ਐਸਾ ਹਸਪੀਟਲ ਹੈ ਵੀ ਉੱਥੇ ਬਾਹਰੋਂ ਹੋਰ ਵੀ ਸਟੇਟਾਂ ਦੇ ਜਿਹੜੇ ਕੋਈ ਡਾਕਟਰ ਮਾਰਕ ਕਰ ਦਿੰਦੇ ਵੀ ਉੱਥੋਂ ਆਹ ਚੀਜ਼ ਕਰਾ ਕੇ ਲਿਆਓ, ਉੱਥੋਂ ਜੋ ਵੀ ਕਰਾਉਣਾ ਹੈ PGI ਜਾਓ, ਅਤੇ ਉੱਥੋਂ ਉਹ ਹੋ ਕੇ ਆਉਂਦੇ ਆ। ਇੱਥੋਂ ਦੇ ਇਹਦੀ ਖਾਤਰ PGI ਇੱਕ ਛੋਟਾ ਜਿਹਾ ਪਿੰਡਾਂ ਦਾ ਹਸਪੀਟਲ ਬਣ ਕੇ ਰਹਿ ਗਿਆ। ਕਿਉਂ ਬਣ ਕੇ ਰਹਿ ਗਿਆ? ਉੱਥੇ ਇਹਦੇ ਟੈਸਟ ਹੀ ਨਹੀਂ ਹੋ ਰਹੇ, ਐਕਸਰੇ ਨਹੀਂ ਹੋ ਰਹੇ। ਡਾਕਟਰ ਕਹਿ ਦਿੰਦੇ ਵੀ ਆਹ ਤਾਂ ਜੀ ਫਲਾਣੇ ਥਾਂ ਹੋਊ, ਗੁਰੂਗ੍ਰਾਮ ਜਾਓ, ਵਿਦੰਤਾ 'ਚ ਜਾਓ, ਉੱਥੇ ਹੋਊ। ਉਹ ਕਿਉਂ ਹੋਊ? ਵੀ ਸਰਕਾਰ ਇੱਕੋ ਬੰਦੇ ਕੋਲੇ 2-3 ਮਹਿਕਮੇ ਹੈ, ਉਹ ਹੈ ਹੀ ਗੁਰਮੀਤ ਸਿੰਘ ਦੇ ਤਕਰੀਬਨ ਨਾਲ ਲੱਗਦੇ ਮਿਲਦੇ ਜੁਲਦੇ। ਉਹ ਜਦੋਂ ਫੋਨ ਕਰ ਦਿੰਦੇ ਆ ਵੀ ਹੁਣ ਇਹਨੂੰ ਤੁਸੀਂ ਕਰੋਨਾ ਪੋਜ਼ਿਟਿਵ ਕਰ ਦਿਓ, ਕਰੋਨਾ ਪੋਜ਼ਿਟਿਵ ਹੋ ਗਿਆ, ਉੱਥੋਂ ਨਾਲ ਦੀ ਨਾਲ ਜੀ ਉਹਨੂੰ ਗੱਡੀ 'ਚ ਲੈ ਐਂਬੂਲੈਂਸ 'ਚ ਪਾਇਆ ਅਤੇ ਗੁਰੂਗ੍ਰਾਮ ਹਸਪੀਟਲ 'ਚ ਵਿਧਾਨਤਾ 'ਚ ਲਿਆ। ਉੱਧਰੋਂ ਨਾਲ ਦੀ ਨਾਲ ਹਨੀਪ੍ਰੀਤ ਨੂੰ ਫੋਨ ਚਲਿਆ ਜਾਂਦਾ ਵੀ ਤੁਸੀਂ ਗੁਰੂਗ੍ਰਾਮ ਹਸਪੀਟਲ ਪਹੁੰਚ ਜਾਓ, ਵਿਧਾਨਤਾ ਹੈ। ਉੱਥੇ ਉਹ ਪਹੁੰਚ ਜਾਂਦੇ ਆ। ਔਰ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਆ, ਉਹ ਹਜੇ ਪਹੁੰਚਦੀ ਆ ਉਦੋਂ ਪਹਿਲਾਂ ਉਹਦਾ ਕਾਰਡ ਵੀ ਤਿਆਰ ਹੋ ਜਾਂਦਾ ਹੈ ਵੀ ਸਿਰਫ ਅਤੇ ਸਿਰਫ 15 ਦਿਨਾਂ ਵਾਸਤੇ ਇਹੀ ਉਹਦੀ ਸੇਵਾ ਕਰੂ, ਇਹ ਦੇਖਭਾਲ ਕਰੂ। ਇਹਦੇ ਉੱਤੇ ਕੀ ਹੈਰਾਨਗੀ, ਮਤਲਬ ਇਸ ਉੱਤੇ ਕੋਈ ਮੈਨੂੰ ਲੱਗਦਾ ਸਾਰੀਆਂ ਹੱਦਾਂ ਪਾਰ ਹੋ ਗਈਆਂ। ਅੱਛਾ, ਇੱਕ ਸਾਡੇ ਸਿੰਘ ਹੈ, ਉਹਨਾਂ ਦੇ ਵਿਚਾਰਿਆਂ ਨੇ ਆਪਦੀਆਂ ਸਜ਼ਾਵਾਂ ਵੀ ਭੁਗਤ ਚੁੱਕੇ ਹੈ। ਕਈ ਤਾਂ ਦੱਸਦੇ ਆ ਵੀ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਔਰ ਪੋਜ਼ਿਟਿਵ ਵੀ ਆ ਚੁੱਕੀ ਆ ਉਹ। ਔਰ ਉਹਨਾਂ ਨੂੰ ਕਿਸੇ ਨੂੰ ਵਿਚਾਰੇ ਨੂੰ ਬਾਹਰ ਕਿਤੇ ਹਸਪਤਾਲ 'ਚ ਲਿਜਾਣ ਦੀ ਕੋਈ ਖੇਚਲ ਕਰ ਰਿਹਾ, ਉਹਨੂੰ ਪਰਿਵਾਰ ਨੂੰ ਕਿਸੇ ਨੂੰ ਮਿਲਣ ਦੀ ਖੇਚਲ ਨਹੀਂ ਕੋਈ ਕਰ ਰਿਹਾ। ਉਹ ਉੱਥੇ ਹੀ ਸੜੀ ਜਾ ਰਹੇ ਆ, ਉੱਥੇ ਹੀ ਵਿਚਾਰੇ ਉਹ ਪਏ ਹੈ। ਕਿਵੇਂ ਉਹਨਾਂ ਦਾ ਕੀ ਹਾਲਾਤ ਹੈ ਕੋਈ ਨਹੀਂ ਪੁੱਛ ਰਿਹਾ। ਬੜੀ ਹੈਰਾਨੀ ਦੀ ਗੱਲ ਹੈ, ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਤਰੀਕੇ ਨਾਲ ਹਾਲਾਤ ਆਪਣੇ ਹਿਸਾਬ ਨਾਲ ਬਦਲੇ ਜਾ ਰਹੇ ਨੇ। ਤੁਸੀਂ ਜਿਵੇਂ ਗੱਲ ਕਰ ਰਹੇ ਸੀ ਕਿ ਹਰਿਆਣਾ ਦੀ ਸਰਕਾਰ ਦੇ ਵਿੱਚ ਇੱਕੋ ਵਿਅਕਤੀ ਕੋਲ 2-3 ਅਹੁਦੇ ਨੇ, ਤੇ ਮਸਲਾ ਤਾਂ ਸਿੱਧੇ ਤੌਰ ਤੇ ਅਸੀਂ ਉਹਨਾਂ ਦਾ ਹੀ ਕਹਿ ਲਈਏ, ਕਿਉਂਕਿ ਸਿਹਤ ਮੰਤਰੀ ਵੀ ਅਨਿਲ ਵਿਜ ਨੇ ਤੇ ਗ੍ਰਹਿ ਮੰਤਰੀ ਵੀ ਹੋਈ ਹੈ। ਤੇ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਉਹ ਵਿਅਕਤੀ ਅਨਿਲ ਵਿਜ ਜਿਹੜਾ ਡੇਰੇ ਦੇ ਵਿੱਚ ਜਾ ਕੇ 50 ਲੱਖ ਦੀ ਰਾਸ਼ੀ ਦੇ ਕੇ ਆਉਂਦਾ ਕਿ ਵੀ ਡੇਰਾ ਬਹੁਤ ਵਧੀਆ ਕੰਮ ਕਰ ਰਿਹਾ ਸੀ, 50 ਲੱਖ ਰੁਪਏ ਦੇ ਰਹੇ ਆ। ਬਿਲਕੁਲ ਮੰਨਦੇ ਹੋ ਕਿ ਫਿਰ ਸਿਸਟਮ ਇਨਸਾਫ ਕਰ ਸਕਦਾ ਕਿਸੇ ਨਾਲ? ਇਨਸਾਫ ਇਸ ਹਿਸਾਬ ਨਾਲ ਤਾਂ ਇਨਸਾਫ ਹੋ ਹੀ ਨਹੀਂ ਸਕਦਾ। ਇਨਸਾਫ ਤਾਂ ਪਾਸੇ ਰੱਖ ਦਿੱਤਾ ਗਿਆ ਜੀ। ਇਨਸਾਫ ਤਾਂ ਜੇ ਦੇਖੀਏ ਤਾਂ ਪਾਸੇ ਰੱਖ ਦਿੱਤਾ ਗਿਆ। ਕਾਨੂੰਨ ਤਾਂ ਸਿਰਫ ਇੱਕ ਬੰਦੇ ਵਾਸਤੇ ਬਣ ਗਿਆ, ਉਹਨੂੰ ਜਿਵੇਂ ਮਰਜ਼ੀ 2 ਦਿਨ ਨਹੀਂ ਪੈਂਦੇ, 2 ਦਿਨਾਂ ਤੋਂ ਬਾਅਦ PGI ਹਸਪੀਟਲ ਦਾ ਦਾਖਲ ਕਰਾ ਦਿਓ ਜੀ। ਉਦੋਂ ਬਾਅਦ ਫਿਰ ਹਸਪੀਟਲ ਜੇਲ੍ਹ ਭੇਜ ਦਿਓ ਜੀ, ਫਿਰ ਦੂਜੇ ਦਿਨ PGI ਲੈ ਆਓ ਜੀ, ਫਿਰ ਤੀਜੇ ਦਿਨ ਉਹਨੂੰ ਫਟਾਫਟ ਲੈ ਜਾਓ ਜੀ ਵਿਧਾਨਤਾ ਆਪਣੇ ਗੁਰੂਗ੍ਰਾਮ ਹਸਪੀਟਲ 'ਚ ਲੈ ਜਾਓ ਜੀ। ਉੱਥੇ ਉਹਦੀ ਚੈਕਿੰਗ ਹੁੰਦੀ ਹੈ। ਇੱਥੋਂ ਆਪਣੇ PGI ਵਾਲੇ ਉਹਨੂੰ ਕਰੋਨਾ ਪੋਜ਼ਿਟਿਵ ਕਰ ਦਿੰਦੇ ਆ। ਉੱਥੇ ਜਾਣ ਸਾਰੀ ਉਹਦੀ ਕਰੋਨਾ ਨੈਗੇਟਿਵ ਆ ਗਈ। ਦੇਖੋ ਕਿੱਡੀ ਹੱਸਣਾ ਤੇ ਕਿੱਡੀ ਮਤਲਬ ਰਾਜਨੀਤੀ ਤੇ ਕਿੰਨਾ ਮਤਲਬ ਇੱਕ ਗਰੀਬ ਬੰਦੇ ਨੂੰ ਇੱਕ ਕੋਈ ਰਾਜਨੀਤੀ ਨਾਲ ਨਹੀਂ ਜੁੜਿਆ ਜਾਂ ਉਹਦੇ ਕੋਲ ਵਿਚਾਰੇ ਕੋਲ ਕੋਈ ਪੈਸਾ ਨਹੀਂ,
ਉਹਦੇ ਲਾਈਏ ਤਾਂ ਫਿਰ ਉਹ ਤਾਂ ਐਂ ਹੀ ਮਰ ਜੂਗਾ। ਪੀਜੀਆਈ ਜਿੱਥੋਂ ਸਾਰੇ ਲੋਕ ਇਲਾਜ ਕਰਾਉਂਦੇ ਨੇ, ਉਹ ਉਹ ਕਹਿੰਦੇ ਨੇ ਪੋਜ਼ਿਟਿਵ ਹੋ ਗਿਆ ਬੰਦਾ, ਰਿਪੋਰਟ ਪੋਜ਼ਿਟਿਵ ਆ ਗਈ, ਤਾਂ ਉਸ ਤੋਂ ਬਾਅਦ ਦੂਸਰੇ ਉਹ ਸ਼ੱਕ ਫਿਰ ਸਿੱਧਾ ਹੀ ਜਾਂਦਾ ਵੀ ਪੀਜੀਆਈ ਦੇ ਹਾਲਾਤ ਸਹੀ ਨਹੀਂ ਹੈਗੇ, ਪੀਜੀਆਈ ਦੇ ਵਿੱਚ ਰਿਪੋਰਟਾਂ ਸਹੀ ਨਹੀਂ ਹੋ ਰਹੀਆਂ ਜਾਂ ਫਿਰ ਕੁਛ ਉਹਨਾਂ ਨੂੰ ਕਹਿ ਕੇ ਕਰਵਾਏ ਜਾ ਰਹੇ। ਪੀਜੀਆਈ ਸਾਡੇ ਇੱਕ ਚੰਡੀਗੜ੍ਹ ਤੇ ਇੱਕ ਰੋਹਤਕ, ਇਹ 2 ਮੰਨੇ ਪਵੰਨੇ ਹਸਪੀਟਲ ਹੈ ਜੀ, ਔਰ ਉੱਥੇ ਸਭ ਸਹੂਲਤਾਂ, ਸਭ ਕੋਈ ਵੀ ਐਸਾ ਕੋਈ ਐਕਸਰਾ ਲਾਓ, ਕੋਈ ਚੀਜ਼ ਲਾਓ ਵੀ ਜਿਹੜੀ ਉੱਥੇ ਉਹ ਚੈਕਿੰਗ ਉਹ ਨਾ ਹੁੰਦੀ ਹੋਵੇ। ਬਿਲਕੁਲ। ਤੇ ਉਹ ਸਿਰਫ ਤੇ ਸਿਰਫ ਉਹਨਾਂ ਨੇ ਬਣੀ ਗੱਲ ਵੀ ਹਨੀਪ੍ਰੀਤ ਨੂੰ ਮਿਲਣਾ ਹੈ। ਫਿਰ ਉੱਥੇ ਉਹ ਜਾ ਕੇ ਵਿਧਾਨਤਾ ਦੱਸਦੇ ਆ, ਮੈਂ ਤਾਂ ਮੀਡੀਆ ਰਾਹੀਂ ਤੇ ਸੁਣ ਰਿਹਾ, ਤੇ ਉੱਥੇ ਜਾ ਕੇ ਰੌਲਾ ਪਾਉਂਦਾ ਮੈਂ ਤਾਂ ਹਨੀਪ੍ਰੀਤ ਨੂੰ ਮਿਲਣਾ ਹੈ, ਮੈਂ ਤਾਂ ਹਨੀਪ੍ਰੀਤ ਨੂੰ ਮਿਲਣਾ ਹੈ। ਔਰ ਦੇਖੋ ਸਰਕਾਰਾਂ ਝੁਕਦੀਆਂ 2 ਮਿੰਟ, ਉਸ ਤੋਂ ਬਾਅਦ ਨਾਲ ਦੀਆਂ ਉਹ ਹਨੀਪ੍ਰੀਤ ਨੂੰ ਵੀ ਜਦੋਂ ਦੀ ਉਹ ਇੱਕ ਗੈਰ ਕਾਨੂੰਨੀ ਵੈਸੇ ਉਹ ਫਸਿਆ ਹੈ ਵੀ ਉਹ ਤੇ ਕੋਈ ਦੋਸ਼ ਨਹੀਂ, ਕੋਈ ਮਰਡਰ ਨਹੀਂ, ਕੋਈ ਬਲਾਤਕਾਰ ਨਹੀਂ ਹੈ, ਉਹ ਤਾਂ ਇੱਕ ਬੰਦੇ ਨੂੰ ਜਿਵੇਂ ਆਪਾਂ ਆਉਣ ਜਾਂਦੇ ਨੂੰ ਫੜ ਕੇ ਅੰਦਰ ਕਰਦੀ ਹੈ, ਉਹ ਇਸ ਤਰ੍ਹਾਂ ਉਹਦੇ ਨਾਲ ਕਰ ਰਹੇ ਆ ਵੀ ਨਾਰਮਲ ਹੈ, ਕੋਈ ਛੋਟਾ ਮੋਟਾ ਅਪਰਾਧ ਮਤਲਬ ਉਹ ਤੇ ਕੋਈ ਐਡੇ ਅਪਰਾਧ ਹੋਣ ਉਹ ਤੇ ਲੱਗੇ ਹੋਣ, ਔਰ ਉਹ ਵੀ ਸਿੱਧ ਹੋ ਗਏ ਹੋਣ, ਔਰ ਉਸ ਬੰਦੇ ਨੂੰ ਯਾਰ ਜਿਵੇਂ ਸਰਕਾਰ ਨੂੰ ਖਿਡੌਣਾ ਬਣਾ ਕੇ ਉਹ ਚਲਾ ਰਹੇ। ਅਦਾਲਤ ਨੇ ਕਿਹਾ ਹੋਵੇ ਬਲਾਤਕਾਰੀ ਹੈ, ਅਦਾਲਤ ਨੇ ਕਿਹਾ ਹੋਵੇ ਕਤਲ ਕੀਤਾ ਹੋਇਆ ਇਸ ਵਿਅਕਤੀ ਨੇ, ਅਦਾਲਤ ਨੇ ਹੋਰ ਵੀ ਬਹੁਤ ਸਾਰੇ ਦੋਸ਼ਾਂ 10-10 ਸਾਲ ਦੀ 20 ਸਾਲ ਦੀ ਸਜ਼ਾ ਇੱਕ ਹੋਈ ਹੋਵੇ, ਫਿਰ ਉਮਰ ਕੈਦ ਇੱਕ ਹੋਈ ਹੋਵੇ, ਫਿਰ ਤੀਜਾ ਕੇਸ ਹੈ ਜਿਹੜਾ ਰਣਜੀਤ ਸਿੰਘ ਵਾਲਾ, ਉਹ ਕਰੋਨਾ ਕਰਕੇ ਰੁਕਿਆ ਪਿਆ, ਉਹਨੇ ਆ ਜਾਣਾ ਸੀ, ਉਹਨੂੰ ਉਹ ਮਰਡਰ ਕੇਸ ਦਾ ਫੈਸਲਾ ਆ ਜਾਣਾ ਹੈ। ਤੇ ਇਸ ਤਰ੍ਹਾਂ ਦੇ ਉਹ ਤੇ ਬੰਦੇ ਦੇ ਇੱਕ ਤੇ ਹੋਣ ਤੇ ਉਹਨੂੰ ਇੱਕ ਜਿਵੇਂ ਆਪਾਂ ਆਮ ਪਿੰਡਾਂ 'ਚ ਕਹਿ ਦਈਏ ਯਾਰ ਫਲਾਣੇ ਨੂੰ ਫਲਾਣੇ ਦੇ ਘਰੇ ਭੇਜ ਦਿਓ, ਫਲਾਣੇ ਉੱਥੋਂ ਨਹੀਂ ਦੂਜੇ 'ਚ ਭੇਜ ਦਿਓ, ਤੀਜੇ 'ਚ ਭੇਜ ਦਿਓ, ਇੱਕ ਖਿਡੌਣਾ ਬਣਾ ਕੇ। ਜੇ ਇਸ ਪੂਰੇ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤੁਹਾਡੇ ਹਿਸਾਬ ਨਾਲ ਪਿੱਛੇ ਕਹਾਣੀ ਕੀ ਲੱਗਦੀ ਕਿ 2022 ਦੀਆਂ ਚੋਣਾਂ ਨੂੰ ਲੈ ਕੇ ਗੁੰਦੀਆਂ ਜਾ ਰਹੀਆਂ ਨੇ ਇਸ ਵੇਲੇ? ਇਹ ਮੈਂ ਤਾਂ ਅੱਜ ਦੇ ਇਹਨੂੰ 24 ਘੰਟਿਆਂ ਦੀ ਕਿ 48 ਘੰਟਿਆਂ ਦੀ ਜਦੋਂ ਉਦੋਂ ਇਹਨੂੰ ਛੁੱਟੀ ਮਿਲੀ ਸੀ, ਉਦੋਂ ਹੀ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ ਵੀ ਇਹਨਾਂ ਦੀ ਬੀਜੇਪੀ ਦੀ ਡੇਰੇ ਵਾਲਿਆਂ ਦੀ ਤੇ ਇਹਨਾਂ ਦੀ ਡੀਲ ਹੋ ਚੁੱਕੀ ਹੈ, ਵੀ 2022 ਚ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਵੋਟਾਂ ਪਾਓ ਤੇ ਅਸੀਂ ਤੁਸੀਂ ਜਿਵੇਂ ਉਹ ਗੱਲਾਂ ਜਿਹੜੀਆਂ ਉਹ ਅੱਜ ਮੈਨੂੰ ਸੱਚ ਹੁੰਦੀਆਂ ਦਿਸ ਰਹੀਆਂ। ਉਦੋਂ ਕਈ ਪੱਤਰਕਾਰ ਨੇ ਵੀ ਤੈਨੂੰ ਕੀ ਪ੍ਰੂਫ ਹੈ ਤੇਰੇ ਕੋਲ? ਮੈਂ ਵੀ ਮੈਨੂੰ ਜਿਹੜੇ ਬੰਦੇ ਨੇ ਦੱਸਿਆ ਪੱਕਾ ਦੱਸਿਆ, ਉਹ ਪ੍ਰੂਫ ਹੁਣ ਪੱਕੇ ਅੱਗੇ ਸਾਹਮਣੇ ਵੀ ਸਹੀ ਹੁੰਦੇ ਦਿਸ ਰਹੇ ਨਜ਼ਰ ਆ ਰਹੇ ਸਹੀ। ਹਾਂ, ਕਿਉਂਕਿ ਉਦੋਂ 24 ਘੰਟਿਆਂ ਤੋਂ ਬਾਅਦ ਤੁਸੀਂ ਦੇਖੋ ਕਿੰਨੇ ਵਾਰ ਉਹਨੂੰ ਕਿੱਧਰ ਪੀਜੀਆਈ ਜੇਲ੍ਹ, ਫਿਰ ਵਿਧਾਨਤਾ 'ਚ, ਫਿਰ ਹਨੀਪ੍ਰੀਤ ਨੂੰ ਨਾਲ ਦੀਆਂ ਕਾਰਡ ਬਣ ਜਾਂਦਾ ਹੈ, ਫਿਰ ਉਹਨੂੰ 15 ਦਿਨਾਂ ਵਾਸਤੇ ਉਹਨੂੰ ਕਹਿ ਦਿੱਤਾ ਜਾਂਦਾ ਵੀ ਸਿਰਫ ਤੇ ਸਿਰਫ ਸੇਵਾ ਇਹੀ ਕਰੂ, ਇਹੀ ਦੇਖਭਾਲ ਕਰੂ, ਵੀ ਐਡਾ ਕਾਤਲੀ ਬਲਾਤਕਾਰੀ। ਤੇ ਅੱਜ ਤੱਕ ਹਸਪਤਾਲ 'ਚ ਮੈਂ ਤਾਂ ਦੇਖਿਆ ਨਹੀਂ। ਫਿਰ ਕੁੜੀਆਂ 2, ਮਾਂ ਹੈ, ਘਰ ਵਾਲੀ ਹੈ, ਉਹਨਾਂ ਦਾ ਕਿਉਂ ਨਹੀਂ ਆਇਆ? ਕਿਉਂਕਿ ਬਹਾਨਾ ਤਾਂ ਪਰ ਉਹਦਾ ਇਸੇ ਕਰਕੇ ਬਣਾਇਆ ਸੀਗਾ ਕਿ ਮਾਂ ਨੂੰ ਮਿਲ ਜਾਣਾ, ਉਹਨਾਂ ਦੀ ਸਿਹਤ ਠੀਕ ਤੇ ਹੁਣ ਮਾਂ ਨੂੰ ਉੱਥੇ ਰੱਖਦਾ ਨਾ। ਸੇਵਾ ਤਾਂ ਉਹਨੇ ਮਾਂ ਨੇ ਤਾਂ ਕੋਲੇ ਬੈਠ ਕੇ ਨਾਲੇ ਗੱਲਾਂ ਕਰਦੇ, ਨਾਲੇ ਇਹਨਾਂ ਟਾਈਮ ਪਾਸ ਹੁੰਦਾ, ਤੇ ਹੁਣ ਫਿਰ ਮਾਂ ਦਾ ਹੇਬਰਾ ਕਿੱਧਰ ਗਿਆ ਇਹਦਾ? ਜਾਣੀ ਕਿ ਇਹਦੇ ਪਿੱਛੇ ਕੋਈ ਕਹਾਣੀ ਹੋਰ ਲੱਗਦੀ ਹੈ ਕਿ ਹਨੀਪ੍ਰੀਤ ਦੇ ਨਾਲ, ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਬੈਠ ਕੇ ਚਾਲਾਂ ਚੱਲਦਾ ਰਿਹਾ। ਇਹ ਤਾਂ ਜਦੋਂ ਜੇਲ੍ਹ 'ਚ ਛੱਡਣ ਗਏ ਹੈ, ਜਦੋਂ ਇਹਨੂੰ ਸਜ਼ਾ ਹੋਈ ਹੈ, ਉਦੋਂ ਵੀ ਇਹ ਕਾਫੀ ਸੁਣਨ 'ਚ ਆਇਆ ਵੀ ਇਹਨਾਂ ਨੇ ਫੋਨ ਕੀਤੇ ਹੈ, ਗੁਰਮੀਤ ਨੇ, ਹਨੀਪ੍ਰੀਤ ਨੇ ਦੱਸਦੇ ਹੈ ਵੀ ਮੈਂ ਤਾਂ ਹਨੀਪ੍ਰੀਤ ਆ ਜੀ, ਮੈਂ ਤਾਂ ਨਾਲ ਜੇਲ੍ਹ 'ਚ ਜਾਣਾ ਹੈ, ਮੈਂ ਤਾਂ ਜੇਲ੍ਹ 'ਚ ਹੀ ਰਹਿਣਾ ਇਹਦੇ ਨਾਲ। ਉਹ ਤਾਂ ਉੱਥੇ ਕਾਨੂੰਨ ਹੈ, ਜੇਲ੍ਹ ਕਾਨੂੰਨ ਹੈ, ਉਹਨਾਂ ਨੇ ਕਿਹਾ ਵੀ ਇਹ ਐਸਾ ਕੋਈ ਕਾਨੂੰਨ ਹੀ ਨਹੀਂ ਵੀ ਅਸੀਂ ਤੈਨੂੰ ਇੱਥੇ ਰੱਖ ਸਕੀਏ। ਧੱਕੇ ਨਾਲ ਉੱਥੋਂ ਆਦੇ ਦੱਸਦੇ ਆ ਕੱਢੇ ਆ। ਇਹ ਜਿਹੜਾ 25 ਅਗਸਤ ਨੂੰ ਸਾਰਾ ਇਨਸੀਡੈਂਟ ਹੋਇਆ ਸੀਗਾ, ਉਸ ਵੇਲੇ ਵੀ ਕਿਹਾ ਗਿਆ ਕਿ ਬਹੁਤ ਸਾਰੀਆਂ ਚੀਜ਼ਾਂ ਹੋਰ ਵਾਪਰ ਸਕਦੀਆਂ ਸੀਗੀਆਂ, ਕਿ ਮੌਕੇ ਦੇ ਹਾਲਾਤਾਂ ਦੇ ਨਾਲ ਜਿਸ ਤਰੀਕੇ ਨਾਲ ਫੈਸਲਾ ਵਿਰੋਧ ਦੇ ਵਿੱਚ ਆਇਆ ਤਾਂ ਉੱਥੇ ਹੋਰ ਵੀ ਘਟਨਾਵਾਂ ਹੋ ਸਕਦੀਆਂ ਸੀ, ਵੀ ਤਿਆਰੀ ਇਦਾਂ ਦੀ ਕੀਤੀ ਹੋਈ ਸੀ ਇਹਨਾਂ ਨੇ? ਤਿਆਰੀ ਪੂਰੀ ਕੀਤੀ ਹੋਈ ਸੀ। ਦੱਸਦੇ ਆ ਜਿਹੜੇ ਕੋਡ ਵਾਰਡ ਬਣਾਏ ਸੀ, ਜਿਵੇਂ ਲਾਲ ਬੈਗ ਲੈ ਕੇ ਗਏ, ਉਦੋਂ ਜਦੋਂ ਇਹਨੂੰ ਸਜ਼ਾ ਹੋਈ ਹੈ ਤੇ ਬਾਹਰ ਆਇਆ ਤੇ ਇਹਨੇ ਲਾਲ ਬੈਗ ਚੱਕਿਆ, ਨਾਲ ਦੀ ਨਾਲ ਬਾਹਰ ਪਟਾਕੇ ਪੈਣ ਲੱਗ ਗਿਆ, ਗੋਲੀ ਚੱਲ ਗਈ ਆ, ਹੋਰ ਆਪਣੇ ਅਥਰੂ ਗੈਸ ਚੱਲਣ ਲੱਗ ਗਏ। ਉਹ ਸਾਰੇ ਇਹਨਾਂ ਦੇ ਕੋਡ ਵਾਰਡ ਬਣਾਏ ਸੀ ਵੀ ਅਸੀਂ ਉੱਥੋਂ ਇਹਨੂੰ ਕੱਢ ਕੇ ਕਿਵੇਂ ਲਿਆਉਣਾ ਹੈ। ਅੱਗੇ ਜਿਹੜੇ ਬੰਦੇ ਫੜੇ ਆਏ, ਚੰਡੀਗੜ੍ਹ ਪੁਲਿਸ ਦਾ ਇੱਕ ਮੁਲਾਜ਼ਮ ਸੀਗਾ, ਉਹ ਫੜਿਆ ਗਿਆ, ਉਹਨੇ ਅੱਗੇ ਸਾਰਾ ਦੱਸਦੇ ਆ ਵੀ ਚੰਡੀਗੜ੍ਹ 'ਚੋਂ ਕਿਹੜੇ ਰਸਤੇ ਚੁਣੇ ਸੀ, ਵੀ ਉੱਥੋਂ ਜਦੋਂ ਆਪਣੇ ਕੋਰਟ 'ਚੋਂ ਕੱਢਾਂਗੇ ਬਾਹਰ ਗੱਡੀਆਂ ਕੱਢ ਕੇ ਤੇ ਕਿਵੇਂ ਭਜਾ ਕੇ ਲਿਜਾਵਾਂਗੇ ਇਹਨੂੰ, ਕਿੱਥੋਂ ਕਿਹੜੀ ਅੱਗੇ ਗੱਡੀਆਂ ਖੜਾਈਆਂ ਸੀ, ਉਹ ਸਾਰੇ ਦੱਸਦੇ ਆ, ਪਲਾਨਿੰਗ ਬਣਾਏ ਹੋਏ ਸੀ। ਉਹ ਤਾਂ ਪੁਲਿਸ, ਹਰਿਆਣਾ ਪੁਲਿਸ ਨੇ ਉਦੋਂ ਵੱਧ ਬਣਾ ਕੇ, ਹਰਿਆਣਾ ਪੁਲਿਸ ਦੀ ਸ਼ਾਇਦ ਇੰਨਾ ਮੈਂ ਲੱਗਦਾ ਵੀ ਮੈਨੂੰ, ਜੇ ਸਾਰੋਂ ਸਾਹਿਬ ਜਸਟਿਸ ਜੱਜ ਸਾਹਿਬ ਨਾ ਹਾਈ ਕੋਰਟ ਦੇ ਐਕਸ਼ਨ ਲੈਂਦੇ
ਤੇ ਹਰਿਆਣਾ ਪੁਲਿਸ ਨੇ ਫਿਰ ਉਹ ਕੱਢ ਵੀ ਕੇ ਜਾਂਦੇ। ਉਹ ਤਾਂ ਜੱਜ ਸਾਹਿਬ ਦਾ ਸਲੂਟ ਕਰਨਾ ਚਾਹੀਦਾ, ਸਾਰੋ ਸਾਹਿਬ ਜਿਹਨਾਂ ਨੇ ਫੈਸਲਾ ਔਰ ਜਨਤਾ ਨੂੰ ਮਰਨ ਤੋਂ ਬਚਾ ਲਿਆ ਤੇ ਹਰਿਆਣਾ ਤੇ ਪੰਜਾਬ ਨੂੰ ਇਹ ਫੂਕਣ ਤੋਂ ਬਚਾ ਦਿਆ। ਜੇ ਨਹੀਂ ਤਾਂ ਉਹਦੇ ਪਤਾ ਨਹੀਂ ਕੀ ਹੋਣਾ ਸੀ। ਖੱਟਰ ਸਿੰਘ ਜੀ, ਬੜੀ ਅਹਿਮ ਚੀਜ਼ ਇਹ ਹੈ ਕਿ ਪੂਰਾ ਕੇਸ ਜਦੋਂ ਅਸੀਂ ਦੇਖਦੇ ਹਾਂ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਫ਼ ਤੌਰ 'ਤੇ ਨਜ਼ਰ ਆਉਂਦੀਆਂ ਕਿ ਕਿਸ ਤਰੀਕੇ ਨਾਲ ਡੇਰੇ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਗੁਨਾਹ ਆਪਾਂ ਕਹਿ ਲਈਏ ਵੀ ਇੱਦਾਂ ਦੇ ਕੰਮ ਹੁੰਦੇ ਰਹੇ ਨੇ ਜਿਹੜੇ ਸਿੱਧੇ ਤੌਰ 'ਤੇ ਵੱਡੇ ਗੁਨਾਹਾਂ ਵਜੋਂ ਦੇਖੇ ਜਾ ਸਕਦੇ ਨੇ। ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਵੀ ਸਾਹਮਣੇ ਆਈਆਂ ਕਿ ਨਪੁੰਸਕ ਬਣਾਏ ਜਾ ਰਹੇ ਸੀ ਨੌਜਵਾਨ, ਲੜਕੀਆਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ। ਤੁਸੀਂ ਤਾਂ ਨੇੜਿਓਂ ਦੇਖਿਆ ਹੈਗਾ ਸਿਸਟਮ ਨੂੰ ਵੀ, ਬਹੁਤ ਸਾਰੀਆਂ ਲੜਕੀਆਂ ਹੱਲੇ ਵੀ ਪਰੇਸ਼ਾਨ ਨੇ। ਉੱਥੇ ਕੀ ਸਿਸਟਮ ਕੀ ਹੈਗਾ ਹੁਣ ਕੀ ਹਾਲਾਤ ਨੇ? ਬਹੁਤ ਪਰੇਸ਼ਾਨ ਹੈ, ਬਹੁਤ ਪਰੇਸ਼ਾਨ ਹੈ। ਘਰੇ ਬਾਗੀਆਂ ਵਿਚਾਰੀਆਂ, ਪਰ ਉਹਨਾਂ ਦੀ ਜ਼ਿੰਦਗੀ ਅੱਜ ਇੱਕ ਨਰਕ ਦੇ ਬਰਾਬਰ ਹੋ ਗਈ, ਕਿਉਂਕਿ ਉਹ ਨਾ ਕਈਆਂ ਜੋ ਬੱਚੇ ਦਾਨੀਆਂ ਕੱਢੀਆਂ ਹੋਈਆਂ ਉਹ ਨਾ ਸ਼ਾਦੀ ਕਰਾ ਸਕਦੀਆਂ ਵਿਚਾਰੀਆਂ, ਉਹ ਨਾ ਕਰਦੇ। ਹੁਣ ਕਿੰਨਾ ਚਿਰ ਕਰਦੇ ਨਹੀਂ ਤਾਂ ਅਗਲਾ ਵਿਆਹ ਦੂਗਾ, ਵਿਆਹ ਕੇ ਅਗਲੀ ਕੁੜੀ ਆਪਦੇ ਘਰੇ ਜਾਊਗੀ, ਆਪਦਾ ਮੌਜਾਂ ਲਊ। ਉਹ ਹੁਣ ਨਾ ਤਾਂ ਕਿਸੇ ਵਿਆਹੀ ਜਾ ਸਕਦੀਆਂ, ਨਾ ਉਹ ਕਿਤੇ ਹੋਰ ਜਾ ਸਕਦੀਆਂ। ਕਿੰਨੀਆਂ ਕੁੜੀਆਂ ਨੇ ਇਹ 5-7 ਕੁੜੀਆਂ ਤਾਂ ਇਹ ਜਿਹੀਆਂ ਮੈਨੂੰ ਪਤਾ ਲੱਗਿਆ ਜਿਨ੍ਹਾਂ ਦੀਆਂ ਬੱਚੇਦਾਨੀਆਂ ਕੱਢੀਆਂ ਹੋਈਆਂ ਨੇ। ਹਾਂਜੀ ਹਾਂਜੀ। ਤੇ ਬਾਕੀ ਜਿਹੜੀਆਂ ਦੂਜੀਆਂ ਕੁੜੀਆਂ ਉਹ ਤਾਂ ਹਜ਼ਾਰਾਂ ਦੀ ਗਿਣਤੀ 'ਚ ਹੈ ਤੇ ਉਹਨਾਂ ਦਾ ਕੋਈ ਹਿਸਾਬ ਨਹੀਂ ਹੈ। ਔਰ ਜਿਹੜੀਆਂ ਵਿਚਾਰੀਆਂ ਅੱਜ ਘਰੇ ਚਲੀਆਂ ਗਈਆਂ ਕੁਆਰੀਆਂ ਹੁੰਦੀਆਂ, ਉਹ ਨਾ ਦਾ ਕੁਆਰਾਪਣ ਟੁੱਟ ਚੁੱਕਿਆ ਵਿਚਾਰੀਆਂ ਦਾ। ਹੁਣ ਉਹ ਜਾਣੀਆਂ ਤਾਂ ਕਿੱਧਰ, ਸ਼ਾਦੀ ਕਿਸੇ ਦੀ ਹੋ ਰਹੀ ਹੈ, ਕਿਸੇ ਦੀ ਨਹੀਂ ਹੋ ਰਹੀ। ਇਸ ਤਰ੍ਹਾਂ ਦੇ ਮਤਲਬ ਬਹੁਤ ਜ਼ਿਆਦਾ ਇਹ ਚੀਜ਼ ਨੂੰ ਦੇਖ ਕੇ ਬਹੁਤ ਤਰਸ ਵੀ ਆਉਂਦਾ ਹੈ ਵੀ ਐਸੇ ਬੰਦੇ ਨੂੰ ਹਜੇ ਤਾਂ ਸਜ਼ਾ ਕੁਛ ਵੀ ਨਹੀਂ ਹੈ ਮੇਰੇ ਹਿਸਾਬ ਨਾਲ। ਜੇ ਐਸੇ ਬੰਦੇ ਨੂੰ ਤਾਂ ਬਹੁਤ ਸਜ਼ਾ ਕੜੀ ਹੋਣੀ ਚਾਹੀਦੀ ਹੈ। ਹੁਣ ਤਾਂ ਉਹਨੂੰ ਦੇਖੀ ਤਾਂ ਕੋਈ ਸਜ਼ਾ ਤਾਂ ਨਹੀਂ, ਦੂਜੇ ਦਿਨ ਜੇਲ੍ਹ 'ਚੋਂ ਬਾਹਰ, ਤੀਜੇ ਦਿਨ ਜਿੱਥੇ ਉਹ ਕਹਿੰਦਾ ਵੀ ਮੈਨੂੰ ਮਿਲਾਉਣ ਲੈ ਜਾਓ ਉੱਥੇ 12 ਘੰਟੇ ਵਾਸਤੇ ਭੇਜ ਦਿੱਤਾ ਜਾਂਦਾ। ਫਿਰ ਕਿਤੇ ਉਹਨੂੰ ਵਿਧਾਨਤਾ 'ਚ ਭੇਜ ਦਿੱਤਾ ਜਾਂਦਾ, ਕਦੇ PGI 'ਚ ਭੇਜ ਦੇ। ਤੇ ਇਸ ਤਰ੍ਹਾਂ ਦੇ ਐਕਸਰੇ ਹੋ ਰਹੇ ਹੈ। ਨਹੀਂ, ਜਿਹੜੇ ਤੁਹਾਨੂੰ ਲੱਗਦਾ ਕਿ ਨੌਜਵਾਨ ਕਿੰਨੇ ਕੁ ਨੇ ਜਿਹੜੇ ਨਪੁੰਸਕ ਜਿਨ੍ਹਾਂ ਨੂੰ ਬਣਾਇਆ ਗਿਆ ਉਹ ਤੁਹਾਡੇ ਸੰਪਰਕ ਦੇ ਵਿੱਚ ਹੈਗੇ ਨੇ? ਹਾਂ, ਉਹ ਹੈਗੇ। ਉਹ ਘੱਟ ਤੋਂ ਘੱਟ 10 ਬੰਦੇ ਤਾਂ ਉਹਨਾਂ ਨੇ ਮੇਰੇ ਸੰਪਰਕ 'ਚ ਆ ਗਏ ਸੀ। ਉਹਨਾਂ ਨੇ ਬਕਾਇਦਾ 164 ਦੇ ਬਿਆਨ PGI 'ਚ ਆਪਦੀ ਅਲਟਰਾਸਾਊਂਡ CT ਸਕੈਨ ਸਾਰਾ ਕਰਾ ਕੇ ਡਾਕਟਰਾਂ ਦੀ ਅਗਵਾਈ ਪੈ ਗਈ ਉਹਨਾਂ ਦੀ। ਉਹ ਕੋਰਟ 'ਚ ਸਾਰਾ ਉਹ ਰਿਕਾਰਡ ਪੇਸ਼ ਹੋ ਚੁੱਕੇ ਆ। ਔਰ ਘੱਟ ਤੋਂ ਘੱਟ ਉਹ 350-400 ਆ। ਬਾਕੀ ਜਦੋਂ ਉਹਨਾਂ ਦੇ ਆਪਰੇਸ਼ਨ ਕੀਤੇ ਨਾ, ਕੋਈ ਆਪਰੇਸ਼ਨ ਥੀਏਟਰ ਨਹੀਂ ਸੀ, ਕੋਈ ਉੱਥੇ ਕੁਛ ਨਹੀਂ, ਸਹੂਲਤ ਨਹੀਂ ਸੀ ਉਹਨਾਂ ਨੂੰ। ਇੱਕ ਥੱਲੇ ਲਿਟਾ ਕੇ, ਜਿਵੇਂ ਆਮ ਆਪਾਂ ਜਾਨਵਰ ਨੂੰ ਵੱਢ ਕੇ ਸਿੱਟਦੇ ਹਾਂ, ਕੋਈ ਉਹਦਾ ਆਪਰੇਸ਼ਨ ਕਰ ਦਿੰਦੇ ਹਾਂ, ਉਸ ਤਰ੍ਹਾਂ ਉਹਨਾਂ ਨੂੰ ਲਿਟਾ ਕੇ ਉਹਨਾਂ ਦੇ ਆਪਰੇਸ਼ਨ ਕਰਕੇ ਤੇ ਲਿਜਾ ਕੇ ਮੰਜਿਆਂ ਤੇ ਪਾਤੇ ਆ। ਕਈਆਂ ਦੇ ਤਾਂ ਬਲੱਡ ਵੀ ਹੋ ਗਿਆ, ਕੱਪੜੇ ਭਿੱਜ ਜਾਂਦੇ ਸੀ, ਲੀਕ, ਆਪਣੇ ਟਾਂਕੇ ਟੂਕੇ ਟੁੱਟ ਜਾਂਦੇ। ਬੁਰਾ ਹਾਲ ਸੀ, ਮਤਲਬ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਸੀ। ਇਹ ਕਿੱਦਾਂ ਸਮਝੀਏ, ਬ੍ਰੇਨ ਵਾਸ਼ ਕਰ ਦਿੰਦਾ ਸੀ ਇਹ ਵਿਅਕਤੀ ਕਿਸ ਤਰੀਕੇ ਨਾਲ? ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ ਕਿ ਲੋਕ ਤਿਆਰ ਕਿੱਦਾਂ ਹੋ ਜਾਂਦੇ ਸੀ। ਜਿਹੜੀਆਂ ਲੜਕੀਆਂ ਦੀਆਂ ਬੱਚੇਦਾਨੀਆਂ ਕੱਢੀਆਂ ਕਿੱਦਾਂ ਤਿਆਰ ਹੋ ਗਈਆਂ, ਜਿਹੜੇ ਨੌਜਵਾਨਾਂ ਨੂੰ ਨਪੁੰਸਕ ਬਣਾਇਆ ਗਿਆ ਕਿੱਦਾਂ ਤਿਆਰ ਹੋ ਗਏ? ਉਹ ਤਿਆਰ ਉਹ 'ਚ ਸਾਡੇ ਮਾਂ ਪਿਓ ਦਾ ਵੀ ਬਹੁਤ ਰੋਲ ਰਿਹਾ ਉਹਨਾਂ ਦੇ ਕਿਉਂ ਰਿਹਾ? ਉਹਨਾਂ ਨੇ ਜਦੋਂ ਉਹਨਾਂ ਨੂੰ ਦੱਸਦੀਆਂ ਤਾਂ ਉਹ ਕਹਿ ਦਿੰਦੇ ਵੀ ਤੁਹਾਡੀ ਜ਼ਿੰਦਗੀ ਇੱਥੇ ਹੀ ਮਰਨਾ, ਇੱਥੇ ਤੁਸੀਂ ਓੜ ਨਿਭਾਉਣੀ ਹੈ ਪਿਤਾ ਜੀ ਨਾਲ, ਵੀ ਤੁਸੀਂ ਇੱਥੋਂ ਮਰ ਕੇ ਆਉਣਾ, ਉਦੋਂ ਪਹਿਲਾਂ ਤੁਸੀਂ ਇੱਥੇ ਡੇਰੇ 'ਚੋਂ ਸੋਚੋ ਵੀ ਨਾ। ਫਿਰ ਉਹ ਸੋਚਦੀਆਂ ਵੀ ਹੁਣ ਉੱਧਰੋਂ ਉਹ ਕਹਿੰਦਾ ਵੀ ਜਾਂ ਸਾਡੇ ਆਖੇ ਲੱਗੋ ਜਾਂ ਘਰੇ ਜਾਓ। ਘਰ ਦੇ ਆਖ ਦਿੰਦੇ ਆਉਣਾ ਨਹੀਂ, ਉਹ ਕਹਿ ਦਿੰਦਾ ਫਿਰ ਜਿਹੜਾ ਮੈਂ ਕਹਿਣਾ ਕੰਮ ਉਹ ਕਰੋ। ਇੱਦਾਂ ਦੇ ਮਾਪਿਆਂ ਦਾ ਅਸੀਂ ਕੀ ਕਰੀਏ ਸਮਾਜ ਦੇ ਵਿੱਚ? ਜਿਹੜੇ ਇੱਦਾਂ ਦੇ ਮਾਪੇ ਨੇ ਵੀ ਉਹਨਾਂ ਨੂੰ ਸਾਫ਼ ਨਜ਼ਰ ਆ ਰਿਹਾ ਕਿ ਡੇਰਾ ਮਾਪੇ ਤਾਂ ਇਸ ਤਰ੍ਹਾਂ ਦੇ ਜੀ। ਇੱਕ ਸਕੂਲ ਹੋਸਟਲ ਹੈ ਪੁਰਾਣੇ ਡੇਰੇ 'ਚ ਲੜਕੀਆਂ ਦਾ, ਉੱਥੇ ਇਹਨੇ ਜਦੋਂ ਗੇੜਾ ਗੂੜਾ ਮਾਰਿਆ ਤੇ ਇਹਨੇ ਕਿਹਾ ਵੀ ਉਹ ਲੜਕੀ ਨੂੰ ਸ਼ਾਮ ਨੂੰ ਮੇਰੇ ਕੋਲ ਭੇਜਣਾ। ਉਹ ਲੜਕੀ ਨੂੰ ਜਦੋਂ ਸ਼ਾਮ ਨੂੰ ਉਹਨੂੰ ਪਤਾ ਲੱਗਿਆ, ਸੁਨੇਹਾ ਦਿੱਤਾ ਵੀ ਸ਼ਾਮ ਨੂੰ ਤੈਨੂੰ ਪਿਤਾ ਜੀ ਨੇ ਬੁਲਾਇਆ, ਤੇ ਉਸ ਟਾਈਮ ਉਹ ਲੜਕੀ ਮੈਂ ਉੱਥੇ ਸੀ ਉਦੋਂ, ਉਹ ਹੋਸਟਲ ਦੀ ਕੰਧ ਟੱਪ ਕੇ ਘਰੇ ਭੱਜ ਗਈ। ਘਰੇ ਜਾ ਕੇ ਉਹਨੇ ਜਦੋਂ ਕਿਹਾ ਵੀ ਇਸ ਤਰ੍ਹਾਂ ਗੱਲ ਮੇਰੇ ਨਾਲ ਹੋਣੀ ਸੀ, ਮੈਂ ਤਾਂ ਆਈ ਹਾਂ, ਘਰਦਿਆਂ ਨੇ ਉਹਦਾ ਐਤਵਾਰ ਨਹੀਂ ਕੀਤਾ। ਘਰਦਿਆਂ ਦੇ ਤੂੰ ਇਸ ਤਰ੍ਹਾਂ ਹੋ ਸਕਦੀ ਹੈ, ਇੱਥੇ ਇਹ ਜਿਹੀਆਂ ਗੱਲਾਂ ਸੋਚ ਕੇ ਜਾਂ ਇਹ ਜਿਹੇ ਕੰਮ ਕਰਨ ਦੀ ਮਾਰੀ ਆ ਰਹੀਆਂ ਤੇ ਤੈਨੂੰ ਉੱਥੇ ਹੀ ਜਾਣਾ ਪਊਗਾ। ਪਿਤਾ ਜੀ ਦਾ ਨਾਂ ਇਸ ਤਰ੍ਹਾਂ ਲਿਆ ਤਾਂ ਸੋਚ ਲਿਓ। ਉਹਨੂੰ ਕਸੂਰਵਾਰ, ਕੁੜੀ ਨੂੰ ਕਸੂਰਵਾਰ ਮੰਨਿਆ ਤੇ ਇਸ ਨੂੰ ਨਹੀਂ ਮੰਨਿਆ। ਉਹਨੂੰ ਉੱਥੇ ਹੀ ਦੂਜੇ ਦਿਨ ਛੱਡ ਕੇ ਗਏ। ਦੂਜੀ ਰਾਤ ਨੂੰ ਉਸੇ ਗੁਰਮੀਤ ਦੇ ਕੋਲੇ ਜਾਣਾ ਪਿਆ ਉਹਨੂੰ। ਜਾਣੀ ਕਿ ਪਰਿਵਾਰ ਇਸ ਤਰੀਕੇ ਨਾਲ ਭਰੋਸਾ ਕਰਦੇ ਸੀ ਉੱਥੇ, ਭਰੋਸਾ ਕਰਦੇ ਸੀ। ਤੇ ਭਰੋਸਾ ਤਾਂ ਹੁਣ ਕੀ ਉਹ ਭਰੋਸਾ ਟੁੱਟ ਗਿਆ ਕਿ ਨਹੀਂ? ਹਲੇ ਬਹੁਤ ਜ਼ਿਆਦਾ ਟੁੱਟ ਗਿਆ। ਪਰ ਕਈ ਆਦੇ ਹੁੰਦੇ ਜਮਾਂ ਅੱਖਾਂ ਮੀਚ ਕੇ ਹੁੰਦੇ ਆ ਵੀ ਅਸੀਂ ਤਾਂ ਸਾਹਮਣੇ ਸਾਡੇ ਸਾਰਾ ਕੁਝ ਹੋ ਜਾਏ, ਅਸੀਂ ਤਾਂ ਫਿਰ ਵੀ ਨਹੀਂ ਕਹਿਣਾ ਵੀ ਨਹੀਂ ਜੀ ਇਹ ਤਾਂ ਸਿਉਣਾ ਹੀ ਹੈ।
ਫਿਰ ਵੀ ਉਹ ਜੇ ਬੰਦੇ ਰਹਿ ਗਏ, ਬਾਕੀ ਭਰੋਸਾ ਟੁੱਟ ਚੁੱਕਿਆ, ਲੋਕਾਂ ਦੀਆਂ ਅੱਖਾਂ ਖੁੱਲ੍ਹ ਚੁੱਕੀਆਂ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਦੋਂ ਗੱਲ ਕਰਦੇ, ਚੰਡੀਗੜ੍ਹ ਦੇ ਵਿੱਚ ਵੀ ਇੱਕ ਪ੍ਰੇਮਣ ਆਈ ਸੀ ਤੇ ਉਹਨਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਕੀਤੀਆਂ ਵੀ ਸਾਡਾ ਹੀ ਜਿਹੜੇ ਪਿਤਾ ਜੀ ਨੇ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ, ਜਿਹੜਾ ਉੱਥੇ ਡੇਰੇ ਦੀ ਮੈਨੇਜਮੈਂਟ ਆ ਸਾਰੇ ਗੁਨਾਹ ਉਹਨਾਂ ਨੇ ਕੀਤੇ ਨੇ ਤੇ ਫਸਾਇਆ ਗੁਰੂ ਜੀ ਨੂੰ ਜਾ ਰਿਹਾ, ਪਿਤਾ ਜੀ ਨੂੰ ਜਾ ਰਿਹਾ। ਇਹ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ, ਇਹਨਾਂ ਨੂੰ ਦੇਖ ਕੇ ਤਾਂ ਬੜੀ ਹੈਰਾਨੀ ਹੁੰਦੀ ਕਿ ਜਿਸ ਵਿਅਕਤੀ ਨੂੰ ਅਦਾਲਤ ਨੇ ਕਹਿਤਾ ਕਿ ਇਹ ਬਲਾਤਕਾਰੀ ਹੈਗਾ, ਇਹ ਕਾਤਲ ਹੈਗਾ, ਹਾਲੇ ਵੀ ਉੱਤੇ ਭਰੋਸਾ ਕੀਤਾ। ਆਹੀ ਗੱਲ ਹੈ ਨਾ, ਆਹੀ ਹੈ ਵੀ ਸਾਰਾ ਉਹਨਾਂ ਨੂੰ ਵੀ ਸਾਰਾ ਪਤਾ ਹੈ ਸਾਰਾ ਉਹਨਾਂ ਨੂੰ। ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਹਰ ਇੱਕ ਕੰਮ ਦਾ ਪਤਾ ਹੈ। ਉਹ ਜਦੋਂ ਪਹਿਲਾਂ ਉੱਥੇ ਹੁੰਦਾ ਸੀ ਉਦੋਂ ਵੀ ਸਾਰਾ ਉਹਨਾਂ ਨੂੰ ਪਤਾ ਹੈ ਵੀ ਕੀ ਹੁੰਦਾ ਸੀ, ਕੀ ਨਹੀਂ ਹੁੰਦਾ ਸੀ। ਫਿਰ ਉਹਨਾਂ ਦੀਆਂ ਦੁਕਾਨਾਂ ਚੱਲ ਰਹੀਆਂ ਆ, ਦੁਕਾਨਾਂ ਚੱਲਦੀਆਂ ਲਾਓ ਤੇ ਜਾਂ ਐਂ ਲਾਓ ਵੀ ਅਸੀਂ ਤਾਂ ਇਹਨਾਂ ਦੇ ਭਗਤ ਹੈ, ਜਾਂ ਇਹ ਅਸੀਂ ਦੂਜੇ ਗਰੁੱਪ ਨਾਲ ਟੁੱਟ ਕੇ ਦੂਜੇ ਨਾਲ ਵੀ ਸਾਨੂੰ ਕੋਈ ਦੂਜੇ ਨਾਲ ਮਾੜਾ ਕਹਿ ਦੇਣ ਵੀ ਇਹ ਡੇਰੇ ਦੇ ਖਿਲਾਫ ਜਾਂ ਬੋਲਦੇ ਜਾਂ ਇਸ ਤਰ੍ਹਾਂ ਦਾ ਉਹਨਾਂ ਦਾ ਆਪਸਰੀ ਮੇ ਕਹਿ ਸਕਦੇ ਹਾਂ, ਪਰ ਆਪਾਂ ਇਹ ਨਹੀਂ ਕਹਿ ਸਕਦੇ ਉਹਨਾਂ ਨੂੰ ਨਹੀਂ ਪਤਾ, ਸਭ ਨੂੰ ਪਤਾ ਹੈ। ਖੱਟਰ ਸਿੰਘ ਜੀ, ਮੰਨ ਲਈਏ ਕਿ ਇਦਾਂ ਦੇ ਲੋਕ ਜ਼ਮੀਰਾਂ ਮਰੀਆਂ ਵਾਲੇ ਨੇ, ਮਰੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਦੇਖ ਰਹੇ ਨੇ ਕਿ ਇਹ ਲੜਕੀਆਂ ਦੇ ਬਲਾਤਕਾਰ ਹੋ ਰਹੇ ਨੇ, ਇਹ ਵਿਅਕਤੀ ਕਾਤਲ ਹੈਗਾ, ਲੋਕਾਂ ਨੂੰ ਨਪੁੰਸਕ ਬਣਾ ਰਿਹਾ, ਫਿਰ ਵੀ ਸਾਰਾ ਕੁਝ ਸਹੀ ਮੰਨ ਕੇ ਕਹਿ ਰਹੇ ਬਿਲਕੁਲ ਅੱਖਾਂ ਉਹਨਾਂ ਦੇ ਸਭ ਨੂੰ ਪਤਾ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਵੀ ਹੁਣ ਜੇ ਮੈਂ ਕਹਿੰਦਾ ਵੀ ਮੈਂ ਤਾਂ ਸਾਹਮਣੇ ਤੁਹਾਡੇ ਪਾਣੀ ਪੀ ਲਿਆ ਤੇ ਦੁਬਾਰੇ ਕਹਿੰਦਾ ਮੈਂ ਤਾਂ ਪੀਤਾ ਹੀ ਨਹੀਂ, ਮੈਂ ਤਾਂ ਪੀਤਾ ਹੀ ਨਹੀਂ, ਉਹ ਗੱਲ ਹੈ ਵੀ ਇਹ ਸਭ ਨੂੰ ਪਤਾ ਹੈ। ਸਭ ਕੁੜੀਆਂ ਇੱਕ ਦੂਜੇ ਨੂੰ ਦੱਸਦੀਆਂ ਸੀ, ਸਭ ਨੂੰ ਪਤਾ ਹੈ ਵੀ ਕੀ ਹੁੰਦਾ ਸੀ, ਪਰ ਉਹ ਜ਼ਮੀਰਾਂ ਮਰੀਆਂ ਤੇ ਇੱਕ ਤਰ੍ਹਾਂ ਦਾ ਉਹਦੇ ਵੀ ਚੱਲ ਆਪਣਾ ਤਾਂ ਰੋਟੀ ਲਈ ਜਾਂਦੀ ਹੈ ਜਾਂ ਆਪਣਾ। ਮੈਨੂੰ ਉਹਨਾਂ ਕੁੜੀਆਂ ਬਾਰੇ ਸੋਚ ਕੇ ਬੜਾ ਇਸ ਵੇਲੇ ਮਹਿਸੂਸ ਹੋ ਰਿਹਾ ਕਿ ਉਹ ਨਾ ਪਰਿਵਾਰ ਸਾਂਭ ਰਿਹਾ ਸੀਗਾ ਤੇ ਨਾਲੇ ਦੂਜੇ ਪਾਸੇ ਜਦੋਂ ਡੇਰੇ ਦੀ ਗੱਲ ਕਰਦੇ ਆ ਉਹ ਆਪਣੀ ਮਰਜ਼ੀ ਦੇ ਨਾਲ ਵਰਤ ਰਿਹਾ ਸੀਗਾ। ਉਹਨਾਂ ਲੜਕੀਆਂ ਦੀ ਮਾਨਸਿਕਤਾ ਜਾਂ ਮਨੋਸਥਿਤੀ ਕੀ ਹੋਊਗੀ ਉਸ ਟਾਈਮ ਜਿਹੜੀਆਂ ਮੈਨੂੰ ਮਿਲਦੀਆਂ ਸੀ, ਮੈਨੂੰ ਪਤਾ ਹੈ ਅੱਜ ਵੀ ਮੇਰੇ ਉਹਨਾਂ ਦੀ ਉਹ ਸਾਰਾ ਮੇਰੇ ਸੀਨ ਅੱਗੇ ਆ ਜਾਂਦੇ ਨਾ ਤੇ ਲੂੰ ਕੰਡੇ ਖੜੇ ਹੁੰਦੇ ਉਹ ਕੁੜੀਆਂ ਦੀਆਂ ਗੱਲਾਂ ਸੁਣ ਕੇ। ਔਰ ਉਹ ਮੁੰਡੇ ਸੀ ਜਿਹੜੇ ਤੁਸੀਂ ਆਏ ਹੋ, ਤੇ ਮੁੰਡੇ ਕਈ ਤਾਂ 14 ਸਾਲ 17 ਸਾਲ ਦੇ ਆ, ਕੋਈ 18 ਸਾਲ ਦਾ ਨਾਬਾਲਗ ਜਿਹਨਾਂ ਨੂੰ ਆਪਰੇਸ਼ਨ ਹੋਇਆ। ਉਹਨਾਂ ਨੇ ਐਂ ਸਮਝੋ ਵੀ ਉਹ ਜ਼ਿੰਦਗੀ ਉਹਨਾਂ ਦੀ ਆਏ ਨਾ ਆਏ ਉਹਨਾਂ ਦੇ ਇੱਕ ਤਰ੍ਹਾਂ ਦਾ। ਹੁਣ ਉਹ ਨਾ ਕਰਦੇ ਉਹਨਾਂ ਨੂੰ ਸਮਝਦੇ ਆ ਕੁਛ, ਤੇ ਨਾ ਡੇਰੇ ਵਾਲਿਆਂ ਨੇ ਤਾਂ ਇਹ ਰੱਖਿਆ ਸੀ, ਇਹਨੇ ਤਾਂ ਗੁਰਮੀਤ ਨੇ ਤਾਂ ਇਹ ਰੱਖਿਆ ਸੀ ਵੀ ਇਹਨਾਂ ਦੀ ਜਦੋਂ ਇਸ ਤਰ੍ਹਾਂ ਆਪਰੇਸ਼ਨ ਹੋ ਗਏ ਨਾਲ ਮੈਂ ਜਿੱਥੇ ਮਰਜ਼ੀ ਲਈ ਫਿਰ ਇਹਨਾਂ ਤੇ ਕੋਈ ਸਿਹਤ ਅਸਰ ਨਹੀਂ ਹੋਊਗਾ, ਔਰ ਮੈਂ ਜੋ ਐਸ਼ੀਆਂ ਕਰਨੀਆਂ ਉਹ ਕਰੀ ਜਾਊਂਗਾ। ਪਰ ਉਹ ਹੋ ਗਿਆ ਉਲਟ, ਇਹਨੂੰ ਜੇਲ੍ਹ ਦਾ ਤਾਂ ਇਹਦੇ ਜ਼ਿਆਦਾ ਨਹੀਂ ਸੀ ਵੀ ਮੈਂ ਕਦੇ ਜੇਲ੍ਹ ਜਾ ਵੜੂੰਗਾ ਜਾਂ ਮੇਰੇ ਨਾਲ ਕਦੇ ਆਹ ਦਿਨ ਆ ਜਾਣਗੇ। ਇਹਨੂੰ ਤਾਂ ਐਂ ਸੀ ਵੀ ਮੈਂ ਤਾਂ ਮੇਰੇ ਬਾਪ ਨਹੀਂ ਕਿਹੜਾ ਚਾਕੂਗਾ। ਉਹ ਚੀਜ਼ ਨੇ ਅੱਜ ਉਹ ਮੁੰਡਿਆਂ ਨੂੰ ਪਤਾ, ਪੁੱਛੋ ਜਾ ਕੇ ਵੀ ਉਹਨਾਂ ਦਾ ਕੀ ਹਾਲ ਹੈ। ਜਿਹੜੀਆਂ ਕੁੜੀਆਂ ਤੇ ਜਿਹੜੇ ਮੁੰਡੇ ਨੇ ਇਸ ਵੇਲੇ, ਇਹਨਾਂ ਦੇ ਨਾਲ ਤੁਸੀਂ ਦੱਸਿਆ ਕਿ ਤੁਸੀਂ ਕੁਝ ਦੇ ਨਾਲ ਤਾਂ ਸੰਪਰਕ ਦੇ ਵਿੱਚ ਹੈਗੇ ਹੋ, ਇਹਨਾਂ ਦੀ ਹੁਣ ਜਿਵੇਂ ਤੁਸੀਂ ਦੱਸ ਰਹੇ ਕਿ ਜ਼ਿੰਦਗੀ ਬਦ ਤੋਂ ਬਦਤਰ ਹੋਈ ਪਈ ਆ, ਇਹ ਲੋਕਾਂ ਦੇ ਸਾਹਮਣੇ ਜਾਂ ਅਦਾਲਤ ਦੇ ਸਾਹਮਣੇ ਨਹੀਂ ਜਾਣਾ ਚਾਹੁੰਦੇ ਇਸ ਵੇਲੇ? ਉਹੀ ਹੈ ਨਾ ਵੀ ਜਾਣ ਨੂੰ ਤਿਆਰ ਹੈ ਪਰ ਉਹ ਸਮਾਜ ਤੋਂ ਡਰਦੇ ਆ। ਫਿਰ ਘਰ ਵਾਲੇ ਆਗਿਆ ਨਹੀਂ ਦਿੰਦੇ, ਘਰ ਵਾਲਿਆਂ ਦੇ ਅਸੀਂ ਕੀ ਮੂੰਹ ਖਾਵਾਂਗੇ। ਕੁਛ ਉਹਨੂੰ ਮੰਨਦੇ ਆ, ਕੁਛ ਉਹਨੂੰ ਮੰਨਦੇ ਆ ਵੀ ਨਹੀਂ ਤੁਸੀਂ ਤਾਂ ਐਵੇਂ ਮਾਰਦੇ ਹੋ ਸਾਡੇ ਪਿਤਾ ਜੀ। ਇਸ ਤਰ੍ਹਾਂ ਕਰਕੇ ਉਹ ਵਿਚਾਰੀਆਂ ਉਹ ਜ਼ਿੰਦਗੀ ਅੱਜ ਨਰਕ ਦੀ ਭੁਗ। ਉਹ ਤਾਂ ਸੀ ਇਹ ਤਾਂ ਸੀ ਨਾ ਵੀ ਤੂੰ ਸੱਚਖੰਡੇ ਚਲੀਆਂ ਗਈਆਂ, ਉਹ ਤਾਂ ਨਰਕਾਂ ਤੋਂ ਵੀ ਨਰਕਾਂ 'ਚ ਚਲੀਆਂ ਗਏ ਵਿਚਾਰੇ ਜ਼ਿੰਦਗੀ। ਖੱਟਰ ਸਿੰਘ ਜੀ, ਤੁਸੀਂ ਨਾਲ ਰਹੇ ਹੋ, ਤੁਸੀਂ ਕਿਉਂਕਿ ਇਸ ਸਿਸਟਮ ਨੂੰ ਨੇੜੇ ਦੇਖਿਆ, ਪਹਿਲਾਂ ਤੁਸੀਂ ਵੀ ਕਿਤੇ ਨਾ ਕਿਤੇ ਮੰਨਦੇ ਹੋਵੋਗੇ ਵੀ ਬਹੁਤ ਵਧੀਆ ਇਨਸਾਨ ਹੈਗਾ, ਕਿਉਂਕਿ ਇਦਾਂ ਦੀ ਇੱਕ ਛਵੀ ਵੀ ਬਣਾਈ ਗਈ ਸੀ ਵੀ ਬਹੁਤ ਸਾਰੀਆਂ ਹੱਲੇ ਵੀ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਦੇ ਇਹ ਕਹਿੰਦੇ ਵੀ ਇਹ ਖੂਨਦਾਨ ਕੈਂਪ ਲਗਾਉਂਦੇ ਨੇ, ਲੋਕਾਂ ਦੀ ਮਦਦ ਕਰਦੇ ਨੇ। ਉਹ ਤੁਹਾਡੀ ਗੱਲ ਦੇ ਵਿੱਚ ਗੱਲ ਕਰਾ ਮੇਰੀ ਵਿੱਚ ਟੋਕਦਾ ਮੈਂ ਤੁਹਾਨੂੰ, ਇਹ ਜਿਹੜੇ ਖੂਨਦਾਨ ਔਰ ਸਫਾਈ ਅਭਿਆਨ ਇਹ ਜਿਹੜੇ ਚੱਲੇ ਸੀ ਨਾ, ਇਹ ਜਦੋਂ 2002 ਤੋਂ ਬਾਅਦ ਇਹ ਤੇ CBI ਦੇ ਇਨਕੁਆਰੀਆਂ ਲੱਗ ਗਈਆਂ ਤੇ CBI ਨੇ ਸਕੰਜਾ ਕੱਸਣਾ ਸ਼ੁਰੂ ਕਰਤਾ। ਉਦੋਂ ਫਿਰ ਵਕੀਲਾਂ ਨੇ ਇਹਨੂੰ ਰਾਏ ਦਿੱਤੀ ਵੀ ਹੁਣ ਤੁਹਾਡੇ ਕੋਲੇ ਇੱਕੋ ਇੱਕ ਹੈ ਵੀ ਜੇ ਤਰਸ ਦੇ ਆਧਾਰ ਤੇ ਬਚ ਜਾਓ ਤੇ ਸਫਾਈ ਅਭਿਆਨ, ਖੂਨਦਾਨ ਕੈਂਪ, ਇਸ ਤਰ੍ਹਾਂ ਦੇ ਹੋਰ ਚੰਗੇ ਜਿਹੜੇ ਕਿ ਜਨਤਾ 'ਚ ਇਹ ਜਾਣ ਵੀ ਇਹਨਾਂ ਨੂੰ ਜੇ ਕੱਲ੍ਹ ਨੂੰ ਕੋਈ ਗੱਲ ਹਾਂ ਵੀ ਇਹ ਤਾਂ ਬਹੁਤ ਚੰਗੇ ਕੰਮ ਇਹ ਉਦੋਂ ਬਾਅਦ ਸ਼ੁਰੂ ਕੀਤੇ। ਉਦੋਂ ਪਹਿਲਾਂ 2002 ਤੋਂ ਪਹਿਲਾਂ ਕੁਛ ਨਹੀਂ ਕੀਤਾ ਇਹਨੇ, ਕੁਛ ਵੀ। ਜਦੋਂ ਇਹ ਸਕੰਜਾ CBI ਦਾ ਕਸਣਾ ਸ਼ੁਰੂ ਹੋ ਗਿਆ ਉਦੋਂ ਫਿਰ ਵਕੀਲਾਂ ਨੇ ਇਹਨੂੰ ਰਾਏ ਦਿੱਤੀ ਵੀ ਤੂੰ ਹੁਣ ਆਹ ਕਰਨਾ ਕਰਦੇ ਜੇ ਤੇ ਬਚਣਾ ਹੈ ਤੇ ਹੁਣ ਤੇਰੇ ਵਾਸਤੇ ਵੈਸੇ ਦੂਜੇ ਦਰਵਾਜ਼ੇ ਬੰਦ ਹੋ ਚੁੱਕੇ, ਕਿਸੇ ਵੇਲੇ ਵੀ ਨੱਪਿਆ ਜਾ ਸਕਦਾ, ਕਿਸੇ ਵੇਲੇ ਵੀ ਨੱਪਿਆ ਜਾ। ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਇਹ ਖੱਟਾ ਸਿੰਘ ਜੀ, ਜਿਹੜੀ ਲਗਾਤਾਰਤਾ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਪੂਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ,
ਪੜਾਅ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਨੇ, ਪਰ ਇਹਦੇ ਵਿੱਚੋਂ ਜਦੋਂ ਅਸੀਂ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰਦੇ ਕਿ ਸਾਰਾ ਕੁਝ ਚੋਣਾਂ ਦੇ ਖਾਤਰ ਹੋ ਰਿਹਾ, ਤਾਂ ਉਦੋਂ ਵੀ ਬੜੀ ਹੈਰਾਨੀ ਹੁੰਦੀ ਹੈ ਕਿ ਸਰਕਾਰਾਂ ਕਿਸ ਤਰੀਕੇ ਨਾਲ ਇੱਕ ਵਿਅਕਤੀ ਨੂੰ ਵਰਤ ਰਹੀਆਂ ਤੇ ਬਾਅਦ ਚੋਂ ਆਪ ਹੀ ਕਹਿੰਦੀਆਂ ਵੀ ਇਹ ਬੰਦਾ ਦੋਸ਼ੀ ਹੈਗਾ, ਅਦਾਲਤਾਂ ਦੇ ਵਿੱਚ ਪਹੁੰਚ ਜਾਂਦਾ। ਫਿਰ ਜਦੋਂ ਅਦਾਲਤਾਂ ਦੇ ਵਿੱਚ ਵੀ ਪਹੁੰਚਦਾ ਉੱਥੇ ਵੀ ਉਹਨੂੰ ਆਪਣੀ ਮਰਜ਼ੀ ਨਾਲ ਵਰਤਿਆ ਜਾ ਰਿਹਾ। ਇਹੀ ਚੱਕਰ ਹੈ ਵੀ ਸਰਕਾਰਾਂ ਜਦੋਂ ਚੋਣਾਂ ਦਾ ਹੁੰਦਾ ਉਦੋਂ ਇਹਨੂੰ ਪੂਰਾ ਵਰਤਦੀਆਂ। ਅਸਲ 'ਚ ਸਰਕਾਰਾਂ ਵੀ ਵਰਤਦੀਆਂ ਸੀ, ਵਰਤਦਾ ਇਹ ਵੀ ਸੀ। ਇਹ ਕਿਉਂ ਵਰਤਦਾ ਸੀ? 2002 ਤੋਂ ਜਦੋਂ ਇਹ CBI ਇਨਕੁਆਇਰੀ ਸ਼ੁਰੂ ਹੋ ਗਈ ਹੈ, ਉਦੋਂ ਤੋਂ ਇਹ ਸੈਂਟਰ 'ਚ ਜਿਹੜੀ ਸਰਕਾਰ ਹੁੰਦੀ ਸੀ ਉਹਦੇ ਨਾਲ ਚੱਲਣ ਲੱਗ ਗਿਆ ਸੀ। ਕਿਉਂਕਿ ਆਹ ਜਿਹੜੇ 10-15 ਸਾਲ 15 ਸਾਲ ਟੱਪੇ ਹੈ ਨਾ, ਇਹ ਸਿਰਫ ਸਰਕਾਰਾਂ ਨੇ ਆਸ਼ੀਰਵਾਦ ਨਾਲ ਹੀ ਟੱਪੇ ਹੈ। ਇਹ ਤਾਂ ਸਲੂਟ ਹੈ ਜੱਜ ਸਾਹਿਬ ਨੂੰ ਜਿਹੜੇ ਨੇ ਫਟਾਫਟ ਆਪਦਾ ਸੱਚਾਈ ਨੂੰ ਸਾਹਮਣੇ ਲਿਆ ਕੇ ਤੇ ਇਹਨੂੰ ਸਜ਼ਾ ਸੁਣਾਤੀ। ਪਰ ਇਹ ਜਿਹੜੇ ਜਿੰਨਾ ਚਿਰ ਟੱਪਿਆ ਇਹ ਸਾਰਾ ਸਰਕਾਰ ਕੋਈ ਪੂਰੀ ਜ਼ੋਰ ਲਾਇਆ CBI ਤੇ ਵੀ ਪ੍ਰਭਾਵ ਪਾਉਣ ਨੂੰ। ਕਦੇ ਸੈਂਟਰ 'ਚ ਪ੍ਰਧਾਨ ਮੰਤਰੀ ਨੂੰ ਮਿਲਦੇ ਸੀ, ਕਦੇ ਗ੍ਰਹਿ ਮੰਤਰੀ ਨੂੰ ਮਿਲਦੇ ਇਹਨਾਂ ਦੇ ਬੰਦੇ ਜਾ ਕੇ, ਉਹਨਾਂ ਤੋਂ ਫਿਰ CBI ਨੂੰ ਫੋਨ ਕਰਾਉਂਦੇ। CBI ਡਾਇਰੈਕਟਰ ਗਾਂ ਜਿਹੜੇ ਇਹਨਾਂ ਦੇ ਬੰਦੇ ਜਾਂਦੇ, ਜਿਹੜੇ ਇਨਕੁਆਇਰੀ ਲੱਗੀ ਸੀ ਉਹਨਾਂ ਨੂੰ ਮਿਲਦਾ। ਉਹ ਅੱਗੋਂ ਜਿਹੜਾ ਡਾਇਰੈਕਟਰ ਸੀ ਉਹ ਇਹ ਕਹਿ ਦਿੰਦਾ ਸੀ, ਜਿਹੜੇ IO ਸੀ ਉਹਨਾਂ ਤੋਂ ਮੈਨੂੰ ਪਤਾ ਲੱਗਿਆ ਸੀ, ਉਹ ਇਹ ਕਹਿ ਦਿੰਦਾ ਸੀ ਵੀ ਤੁਹਾਡੇ ਤੇ ਕੋਈ ਪ੍ਰੈਸ਼ਰ ਕੋਈ ਨਹੀਂ ਸਰਕਾਰ ਦਾ, ਤੁਸੀਂ ਇਹ ਨਜਾਇਜ਼ ਨਹੀਂ ਕਰਨਾ। ਇਹ 'ਤੇ ਸੱਚਾਈ ਤੁਸੀਂ ਜ਼ਰੂਰ ਕਰੋ ਪਰ ਨਜਾਇਜ਼ ਧੱਕਾ ਨਾ ਕਰਿਓ। ਤੇ ਉਹਦੇ ਧੱਕਾ ਸਾਡੇ ਇਹਦੇ ਨਾਲ ਸਾਡੀ ਨਿੱਜੀ ਦੁਸ਼ਮਣੀ ਹੈ। ਉਹਨਾਂ ਨੇ ਸਲੂਟ ਉਹਨਾਂ ਨੂੰ ਵੀ ਆਈਆਂ ਨੂੰ ਤੇ ਜਿਹੜੇ CBI ਦੇ ਅਫਸਰਾਂ ਨੂੰ ਜਿਹੜਾ ਨੇ ਐਨ ਬਿਲਕੁਲ ਨਜਾਇਜ਼ ਉਹਨਾਂ ਨੇ ਵੀ ਨਹੀਂ ਐਵੇਂ ਕਹਿ ਦਈਏ। ਮੈਨੂੰ ਵੀ ਜਦੋਂ ਮੇਰੇ ਬਿਆਨ ਹੋਏ ਆ ਉਦੋਂ ਇਹਨਾਂ ਨੇ ਪੁਲਿਸ SP ਨੇ DSP ਇਹਨਾਂ ਨੇ ਸਾਰਿਆਂ ਨੇ ਕਹਿੰਦਾ ਸੀ ਖੱਟਾ ਸਿੰਘ ਜਿਹੜਾ ਤੈਨੂੰ ਪਤਾ ਹੈ ਜਾਂ ਦੇਖਿਆ ਜਾਂ ਹਾਂ ਉਹ ਹੀ ਦੱਸੀ, ਨਜਾਇਜ਼ ਨਾ ਕੋਈ। ਖੱਟਾ ਸਿੰਘ ਜੀ ਤੁਹਾਡੀ ਅਸੀਂ ਗੱਲ ਕਰੀਏ ਕਿਉਂਕਿ ਬਾਕੀ ਅਸੀਂ ਦੇਖਦੇ ਹਾਂ ਜ਼ਮੀਰਾਂ ਮਰ ਚੁੱਕੀਆਂ ਨੇ, ਲੋਕਾਂ ਨੇ ਸਮਝੌਤੇ ਕਰ ਲਏ ਕਿਉਂਕਿ ਪੈਸਾ ਵਾਧੂ ਸੀ। ਬਹੁਤ ਸਾਰੇ ਲੋਕ ਵੇਚੇ ਖਰੀਦੇ ਗਏ ਨੇ ਮੌਕੇ 'ਤੇ ਕਿਉਂਕਿ ਹਾਲਾਤ ਉੱਦਾਂ ਦੇ ਬਣ ਗਏ ਸੀ। ਤੁਸੀਂ ਅਲੱਗ ਆਵਾਜ਼ ਉਠਾਈ ਕਿਉਂਕਿ ਤੁਸੀਂ ਉਹ ਲੜਕੀਆਂ ਦੀ ਆਵਾਜ਼ ਸੁਣੀ ਸੀ, ਤੁਸੀਂ ਉਹ ਨੌਜਵਾਨਾਂ ਦੀਆਂ ਚੀਕਾਂ ਸੁਣੀਆਂ ਸੀ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਹੁੰਦਾ ਰਿਹਾ। ਤੇ ਅੱਜ ਜਿਹੜੇ ਹਾਲਾਤ ਨੇ ਜਿਸ ਤਰੀਕੇ ਨਾਲ ਤੁਹਾਡੇ ਜ਼ਿਹਨ ਦੇ ਵਿੱਚ ਵੀ ਹੈਗਾ ਕਿ ਸਰਕਾਰ ਚਾਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ 2022 ਦੇ ਲਈ ਵਰਤਣਾ ਰਾਮ ਰਹੀਮ ਨੂੰ ਤੇ ਜੇਲ੍ਹ 'ਚੋਂ ਬਾਹਰ ਲਿਆਂਦਾ ਜਾਵੇ, ਤੁਹਾਨੂੰ ਖਤਰਾ ਸਭ ਤੋਂ ਜ਼ਿਆਦਾ? ਖਤਰਾ ਤਾਂ ਹੈ ਹੀ। ਖਤਰਾ ਇਹ ਜੇ ਦੇਖੀਏ ਜਿੰਨੇ ਕੇਸ ਹੈ ਸਾਰਿਆਂ 'ਚ ਮੇਨ ਗਵਾਹੀ ਮੈਂ ਹੈ। ਦੋਨੇ ਲੜਕੀਆਂ ਦਾ ਜੋ ਹੋਇਆ ਉਹ ਮੇਰੇ ਸਾਹਮਣੇ ਜੋ ਉਹਨਾਂ ਨੇ ਹੋਇਆ ਉਹ ਬਿਆਨ ਮੇਰੇ ਦਰਜ ਹੈ। ਉਸ ਤੋਂ ਬਾਅਦ ਰਾਮਚੰਦਰ ਛਤਰਪਤੀ ਨੂੰ ਸਜ਼ਾ ਹੋਈ ਉਹ ਮੇਰੇ ਸਾਹਮਣੇ ਮੁੱਖ ਗਵਾਹ ਸੀ ਮੈਂ। ਹਾਂਜੀ ਛਤਰਪਤੀ ਦੇ ਮਾਮਲੇ 'ਚ ਜਿਹੜੀ ਸਜ਼ਾ ਹੋਈ? ਹਾਂ ਸਜ਼ਾ ਹੋਈ ਹੈ ਉਮਰ ਕੈਦ। ਔਰ ਰਣਜੀਤ ਵਾਲੇ 'ਚ ਉਹ 'ਚ ਵੀ ਮੇਰੀ ਮੁੱਖ ਗਵਾਹੀ ਹੈ। ਔਰ ਜਿਹੜੇ ਹੁਣ ਨਮਰਦ ਕੀਤੇ ਮੁੰਡੇ, ਇਹਨਾਂ 10 ਮੁੰਡਿਆਂ ਨੂੰ ਮੈਂ ਹੀ ਲਿਆ ਕੇ ਭੁਗਤਾਏ। ਉਹ ਵਿਚਾਰੇ ਡਰਦੇ ਸੀ। ਉਹਨਾਂ ਨੂੰ ਮੈਂ ਕਿਹਾ ਯਾਰ ਮੈਂ ਇੰਨੇ ਕੇਸਾਂ 'ਚ ਗਵਾਹ ਆਇਆ, ਇੰਨਾ ਕੁਛ ਕਰ ਚੁੱਕੇ ਹਾਂ, ਮੈਨੂੰ ਨਹੀਂ ਕਿਸੇ ਨੇ ਕੁਛ ਹਜੇ ਤੱਕ ਕੀਤਾ ਤੇ ਤੁਸੀਂ ਐਵੇਂ ਤੁਸੀਂ ਤਾਂ ਆਪ ਦੀ ਸੱਚਾਈ ਦੱਸਣੀ ਹੈ। ਮੈਂ ਤਾਂ ਦੂਜਿਆਂ ਦਾ ਕੀਤਾ ਹੈ, ਮੇਰੇ ਵੀ ਸਾਹਮਣੇ ਮਰਡਰ ਹੋਏ ਆ, ਮੇਰੇ ਸਾਹਮਣੇ ਕੁੜੀਆਂ ਨਾਲ ਬਲਾਤਕਾਰ ਹੋਇਆ, ਐਂ ਹੋਇਆ, ਤੇ ਤੁਸੀਂ ਤਾਂ ਆਪ ਦਾ ਹੀ ਸਰੀਰ ਦਾ ਦੱਸਣਾ। ਤੁਸੀਂ ਤਾਂ ਕਿਸੇ ਦਾ ਨਾਂ ਲੈਣਾ ਹੀ ਨਹੀਂ। ਤੁਸੀਂ ਤਾਂ ਇਹ ਦੱਸਣਾ ਵੀ ਸਾਡੇ ਨਾਲ ਆਹ ਹੋਇਆ ਹੈ ਜਾਂ ਨਹੀਂ ਹੋਇਆ, ਤਾਂ ਤੁਸੀਂ ਉੱਥੇ ਡਾਕਟਰ ਨੂੰ ਦੱਸ ਦਿਓ ਵੀ ਸਾਡੇ ਨਾਲ ਨਹੀਂ ਹੋਇਆ। ਖੱਟਾ ਸਿੰਘ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਤੁਹਾਡੇ ਸਾਹਮਣੇ ਜਦੋਂ ਹੁੰਦਾ ਸੀਗਾ ਉਦੋਂ ਨਹੀਂ ਕਦੇ ਦਿਲ ਕੀਤਾ ਵੀ ਮੈਂ ਜਾ ਕੇ ਮੀਡੀਆ ਨੂੰ ਸਾਰਾ ਕੁਝ ਦੱਸਵਾਂ ਜਾਂ ਅਦਾਲਤ ਨੂੰ ਸਾਰਾ ਕੁਝ ਦੱਸ ਦਵਾਂ? ਉਦੋਂ ਦਿਲ ਕਰਦਾ ਸੀ ਪਰ ਮਜਬੂਰੀਆਂ ਸੀ। ਕਿਉਂ ਮਜਬੂਰੀਆਂ? ਰਣਜੀਤ ਸਿੰਘ ਨੂੰ ਇਸੇ ਕਰਕੇ ਮਾਰਿਆ ਗਿਆ ਸੀ। ਛਤਰਪਤੀ ਦੇ ਜਦੋਂ ਇਹਦੀਆਂ ਚਿੱਠੀਆਂ ਤੇ ਉਹ ਸਾਰਾ ਕੀਤਾ ਤਾਂ ਉਹ ਇਸ ਕਰਕੇ ਮਾਰਿਆ। ਜੇ ਮੈਂ ਉਸ ਟਾਈਮ ਮੀਡੀਆ ਨੂੰ ਜਾਂ ਕਿਤੇ ਜਾ ਕੇ ਦੱਸ ਦਿੰਦਾ ਤੇ ਫਿਰ ਆ ਹੁੰਦਾ ਤੇ ਆ ਜਿਹੜੇ ਤਾਈਂ ਇਲਜ਼ਾਮ ਤੇ ਮੈਂ ਪਹੁੰਚਿਆ ਇੱਥੇ ਪਹੁੰਚਣਾ ਨਹੀਂ ਸੀ। ਇਸ ਕਰਕੇ ਪ੍ਰਮਾਤਮਾ ਨੇ ਸੋਝੀ ਦਿੱਤੀ ਚਾਹੇ ਕੁਛ ਹੀ ਹੋਇਆ। ਬਸ ਮੈਂ ਇਹ ਸੋਚਦਾ ਸੀ ਵੀ ਮੈਂ ਉਸ ਟਾਈਮ ਨੂੰ ਦੇਖੂੰਗਾ ਜਿੱਦੇ ਮੇਰੇ ਸਾਰਾ ਸੂਤ ਆ ਗਿਆ। ਉਦੋਂ ਪਹਿਲਾਂ ਮੈਂ CBI ਨੂੰ ਜਦੋਂ ਦੱਸਿਆ, CBI ਨੇ ਮੈਨੂੰ ਕਿਹਾ ਵੀ ਮੈਂ ਜੀ ਮੇਰੇ ਪਰਿਵਾਰ ਉੱਥੇ ਹੈ, ਡੇਰੇ ਦੇ ਵਿੱਚ ਕੋਠੀ ਹੈ, ਸਾਰਾ ਉਹ ਜ਼ਮੀਨ ਮੇਰੀ ਉੱਥੇ ਹੈ ਤੇ ਉਦੋਂ ਪਹਿਲਾਂ ਮੈਨੂੰ ਉੱਥੋਂ ਆਪਦਾ ਸਾਰਾ ਸਮਾਨ ਕੱਢ ਲਾਣ ਦਿਓ। ਉਸ ਤੋਂ ਬਾਅਦ ਜਿੱਥੇ ਮਰਜ਼ੀ ਕੋਰਟ 'ਚ ਲੈ ਚਲੋ, ਜਿੱਥੇ ਮਰਜ਼ੀ ਲੈ ਚਲੋ, ਮੈਂ ਦੱਸਣਾ ਜੋ ਸੱਚਾਈ ਤੁਹਾਨੂੰ ਪਹਿਲਾਂ ਦੱਸੀ ਹੈ ਉਹੀ ਉੱਥੇ ਦੱਸੂਗਾ। ਤੇ ਪਰ ਉਦੋਂ ਪਹਿਲਾਂ ਕਿਸੇ ਨੂੰ ਮੇਰਾ ਪਤਾ ਨਾ ਲੱਗਣ ਦਿਓ, ਨਹੀਂ ਤਾਂ ਮੈਨੂੰ ਉੱਥੇ ਹੀ ਮਾਰ ਦਾਂਗੇ। ਇਸ ਤੇ ਕਰਕੇ ਸਾਰਾ ਬਚਿਆ ਇੱਕ ਵਾਹਿਗੁਰੂ ਦੀ ਕਿਰਪਾ ਸੀ। ਰਣਜੀਤ ਸਿੰਘ ਵਾਲਾ ਮਾਮਲਾ ਹੁਣ ਕਿੱਥੇ ਪਹੁੰਚ ਗਿਆ? ਰਣਜੀਤ ਸਿੰਘ ਵਾਲਾ ਸਾਰਾ ਹੋ ਗਿਆ, ਅਗਵਾਈ ਮੇਰੀ ਵੀ ਹੋ ਗਈ ਹੈ, ਸਾਰਾ ਕੁਝ ਹੋ ਗਿਆ, ਦੂਜਿਆਂ ਦੇ ਵੀ। ਹੁਣ ਤਾਂ ਉਹ ਇਹ ਆਦੇ ਹੁੰਦੇ ਵੀ ਪਹਿਲਾਂ ਤਾਂ ਇਹ ਜੱਜ ਸਾਹਿਬ ਦੀ ਬਦਲੀ ਹੋਣੀ ਸੀ। ਇਹਨਾਂ ਦੇ ਵਕੀਲ ਕਦੇ ਕਹਿੰਦੇ ਨੇ ਕਰੋਨਾ ਹੋ ਗਿਆ ਜੀ, ਫਲਾਨਾ ਹੋ ਗਿਆ ਜੀ, ਤਰੀਕਾਂ ਲਈ ਗਏ। ਤੇ ਹੁਣ
ਜੱਜ ਸਾਹਿਬ ਨੇ ਰਣਜੀਤ ਸਿੰਘ ਵਾਲੀ ਥੋੜੀ ਜਿਹੀ ਕਹਾਣੀ ਦੱਸ ਦਿਓ, ਕਿਉਂਕਿ ਕਈ ਦਰਸ਼ਕਾਂ ਨੂੰ ਹਲੇ ਪਤਾ ਨਹੀਂ ਹੋਣਾ ਉਹ ਮਾਮਲਾ ਕੀ ਸੀਗਾ, ਕਿਉਂਕਿ ਲੜਕੀਆਂ ਦੇ ਨਾਲ ਬਲਾਤਕਾਰ ਹੋਇਆ ਉਹ ਸਾਰਿਆਂ ਨੂੰ ਪਤਾ ਸੀਗਾ। ਛਤਰਪਤੀ ਕਿਉਂ ਮਾਰਿਆ ਗਿਆ ਉਹ ਵੀ ਸਾਰਿਆਂ ਨੂੰ ਪਤਾ ਸੀਗਾ ਕਿ ਲੜਕੀਆਂ ਦੀਆਂ ਚਿੱਠੀਆਂ ਲਗਾ ਦਿੱਤੀਆਂ ਸੀ, ਸਾਰੀ ਖਬਰ ਉਹਨੇ ਨਸ਼ਰ ਕੀਤੀ ਸੀ, ਡੇਰੇ ਦੇ ਖਿਲਾਫ ਲਗਾਤਾਰ ਬੋਲ ਰਿਹਾ ਸੀਗਾ। ਰਣਜੀਤ ਸਿੰਘ ਵਾਲਾ ਮਾਮਲਾ, ਰਣਜੀਤ ਸਿੰਘ ਵਾਲਾ ਇਹ ਸੀ ਵੀ ਰਣਜੀਤ ਸਿੰਘ ਦੀਆਂ 2 ਬੇਟੀਆਂ ਤੇ ਰਣਜੀਤ ਸਿੰਘ ਦੀ ਭੈਣ ਤਾਂ ਉੱਥੇ ਟੀਚਰ ਸੀ ਸਕੂਲ 'ਚ ਹੋਸਟਲ 'ਚ, ਤੇ ਰਾਤ ਨੂੰ ਡੇਰੇ 'ਚ ਰਹਿੰਦੀ ਸੀ ਤੇ ਕੁੜੀਆਂ ਪੜ੍ਹਦੀਆਂ ਸੀ। ਉਹਨੂੰ ਜਦੋਂ ਭੈਣ ਨੇ ਦੱਸਿਆ ਵੀ ਐਂ ਕਰਕੇ ਮੇਰੇ ਨਾਲ ਆਹ ਕੰਮ ਹੋਇਆ ਤੇ ਉਹਨੇ ਫਿਰ ਆਪਦੀ ਭੈਣ ਨੂੰ ਵੀ ਤੇ ਦੋਨੇ ਬੇਟੀਆਂ ਨੂੰ ਸਕੂਲ 'ਚੋਂ ਹਟਾ ਲਿਆ। ਇੰਨੇ ਗੁੰਮਨਾਮ ਚਿੱਠੀ ਆ ਜਾਂਦੀ ਹੈ, ਗੁੰਮਨਾਮ ਚਿੱਠੀ ਆ ਗਈ ਤੇ ਉੱਥੇ ਵੀ ਖਾਨਪੁਰ ਕੋਲੀਆਂ ਇਹਦਾ ਪਿੰਡ ਆਪਣੇ ਕੁਰਸ਼ੇਤਰ ਕੋਲੇ, ਉੱਥੇ ਜਦੋਂ ਆਪਣੇ ਸਪੋਕਸਮੈਨ 'ਚ ਛਪੀ, ਹੋਰਾਂ 'ਚ ਵੀ ਛਪੀ, ਉਹਦੀਆਂ ਫਿਰ ਫੋਟੋ ਕਾਪੀਆਂ ਵੀ ਬਹੁਤ ਹੋਈਆਂ, ਮਤਲਬ ਲੋਕਾਂ ਨੂੰ ਉਸ ਦਿਨ ਫੋਟੋ ਕਾਪੀਆਂ ਵੀ ਨਹੀਂ ਮਿਲੀਆਂ, ਇੰਨਾ ਹੋਇਆ। ਫਿਰ ਇਹਨੇ ਦਿਮਾਗ ਇਹ ਸੋਚਿਆ ਵੀ ਜੇ ਇਹ ਸਾਰਾ ਰਣਜੀਤ ਦੀ ਭੈਣ ਨੇ ਕੀਤਾ, ਚਿੱਠੀ ਦਾ ਵੀ ਗੁੰਮਨਾਮ ਜਿਹੜੀ ਆਈ ਹੈ ਚਿੱਠੀ ਅਟਲ ਬਿਹਾਰੀ ਵਾਜਪੇਈ ਨੂੰ ਪਾਈ ਹੈ, ਹਾਈ ਕੋਰਟ ਨੂੰ ਪਾਈ ਹੈ, ਤੇ ਇਹ ਸਾਰੀ ਉਹੀ ਹੈ ਤੇ ਇਹਨਾਂ ਨੇ ਕੀਤਾ ਤੇ ਕਿਉਂ ਨਾ ਹੁਣ ਵੀ ਜੇ ਇੰਨਾ ਹੀ ਹਜੇ ਤੱਕ ਚੱਲਿਆ ਤੇ ਜੇ ਰਣਜੀਤ ਸਿੰਘ ਨੂੰ ਖੁੱਲ੍ਹਾ ਛੱਡਤਾ ਤੇ ਫਿਰ ਪਤਾ ਨਹੀਂ ਖਤਰਨਾਕ ਹੋਊਗਾ ਤੇ ਮੇਰਾ ਸਾਰਾ ਜਿਹੜਾ ਅੱਜ ਮੈਨੂੰ ਲੋਕ ਪਿਤਾ ਜੀ ਕਹਿੰਦੇ ਤੇ ਕੱਲ ਨੂੰ ਕਹਿਣਗੇ ਬਲਾਤਕਾਰੀ ਜਾਂ ਕੋਈ ਜਿਵੇਂ ਹੁਣ ਕਹੀ ਵੀ ਜਾਂਦੇ ਆ, ਜਿਹੜੀ ਗੱਲੋਂ ਡਰਦਾ ਸੀ ਉਹ ਸਾਹਮਣੇ ਆ ਗਈ, ਉਹ ਗੱਲ ਹੋ ਵੀ ਗਈ ਤੇ ਕਿਉਂ ਨਾ ਵੀ ਫਿਰ ਇਹਨੂੰ ਡੇਰੇ ਸੱਦਿਆ। ਮੈਂ ਕੋਲੇ ਸੀਗਾ, ਪਹਿਲਾਂ 2-3 ਬੰਦਿਆਂ ਨੇ ਇਹਨੂੰ ਸਮਝਾਇਆ, ਮੈਂ ਨਾਲ ਬੈਠਾ, ਉਹਨਾਂ ਦੇ 50 ਨੰਬਰ ਕਮਰਾ ਹੈ ਉੱਥੇ ਵੀ ਰਣਜੀਤ ਸਿੰਘ ਤੇਥੋਂ ਕੋਈ ਗਲਤੀ ਹੋਈ ਹੈ ਤਾਂ ਮਾਫੀ ਮੰਗ ਲਾ, ਪਿਤਾ ਜੀ ਨੇ ਕਿਹਾ ਤੇ ਅੱਗੇ ਵਾਂਗੂ ਤੂੰ ਆਇਆ ਕਰ ਅੱਗੇ ਵਾਂਗੂ। ਔਰ ਉਹ ਬੰਦਾ ਇੰਨਾ ਇਹਦਾ ਸਰਦਾਲੂ ਸੀ, ਇੰਨਾ ਸੀ ਵੀ 2 ਕਮਰੇ ਉੱਤੇ ਇਹਦੇ ਚਵਾਰੇ ਬਣਾਏ ਸੀ ਸਿਰਫ ਇਹਦੇ ਵਾਸਤੇ। ਜਦੋਂ ਇਹਨੇ ਉੱਥੇ ਖਾਨਪੁਰ ਕੋਲੀਆਂ ਆਉਣਾ ਉਦੋਂ ਉਹਨੇ ਖੋਲ੍ਹਣੇ, ਜਦੋਂ ਇਹਨੇ ਥੱਲੇ ਆ ਜਾਣਾ ਉਹਦੇ ਨਾਲ ਦੀਆਂ ਤਾਲੇ ਲਾ ਦੇਣੇ, ਇੰਨਾ। ਔਰ ਇਹਦੇ ਆ ਗੱਡੀਆਂ 50 ਆਉਣੀਆਂ, 100 ਹੋਣੀ, ਸਾਰਾ ਤੇਲ ਦਾ ਖਰਚਾ, ਸਕੂਲ ਦੇ ਬੱਚੇ ਕੁਰਸ਼ੇਤਰ ਪੜ੍ਹਨ ਆਉਂਦੇ ਜਾਂ ਹੋਰ ਜੋ ਸਾਰਾ ਖਰਚਾ ਉਹਦਾ ਹੁੰਦਾ ਸੀ। ਉਹ ਉਸ ਨੂੰ ਉਹਦਾ ਹਾਸਰ ਕੀ ਹੋਇਆ, ਆਖਰ ਨੂੰ ਮੌਤ ਹੋਈ। ਪਰ ਜਦੋਂ ਆਪਣਾ ਸਿੱਧੇ ਤੌਰ ਤੇ ਮੰਨ ਲਈ ਜਦੋਂ ਆਪਣੇ ਪਰਿਵਾਰ ਤੇ ਉਹ ਚੀਜ਼ ਬਣੀ ਤਾਂ ਫਿਰ ਉਹਨੂੰ ਲੱਗਾ ਵੀ ਹਾਂ ਕਿ ਕੁਝ ਗਲਤ ਹੋ ਰਿਹਾ, ਕੁਝ ਗਲਤ ਹੋ ਰਿਹਾ। ਜਦੋਂ ਦੂਸਰਿਆਂ ਦੇ ਪਰਿਵਾਰਾਂ ਨਾਲ ਹੋ ਰਹੀ ਸੀ ਉਦੋਂ ਉਹਨੂੰ ਇਹ ਗਲਤ ਨਜ਼ਰ ਨਹੀਂ ਆ ਰਿਹਾ ਸੀ। ਨਹੀਂ, ਉਹਨੂੰ ਪਤਾ ਵੀ ਨਹੀਂ ਸੀ ਪਹਿਲਾਂ ਉਹਨੂੰ ਪਤਾ ਵੀ ਨਹੀਂ ਸੀ ਕਾਸੇ ਦਾ, ਸਿਰਫ ਉਹ ਤਾਂ ਉਹ ਐਂ ਸੀ ਵੀ ਉਹਨੇ ਡੇਰੇ ਜਾਣਾ ਤੇ ਡੇਰਿਓਂ ਆ ਜਾਣਾ। ਇਹ ਜਿਹੜਾ ਸਾਰਾ ਸੀਗਾ ਇਹ ਜਿਵੇਂ ਅਸੀਂ 5-7 ਬੰਦੇ ਸੀ ਜਾਂ ਹੋਰ ਸੀ ਜ਼ਿਆਦਾ, ਇਹ ਉਦੋਂ ਉੱਥੇ ਸੀ, ਬਾਹਰ ਹਜੇ ਆਇਆ ਨਹੀਂ ਸੀ। ਤੇ ਇਹ ਫਿਰ ਜਦੋਂ ਇਹਨੂੰ ਇਸ ਪਤਾ ਲੱਗਿਆ ਫਿਰ ਇਹਨੂੰ ਵਿਚਾਰੇ ਦਾ ਗੋਲੀ ਮਾਰੀ ਗਈ ਹੈ। ਖਤਰਨਾਕ ਬੰਦਾ ਖਤਰਨਾਕ ਹੀ ਕੰਮ ਕਰੇਗਾ, ਇਹ ਤਾਂ ਸਾਫ਼ ਨਸ਼ਰ ਹੋ ਗਿਆ ਸੀ ਕਿ ਇੱਕ ਝੂਠ ਨੂੰ ਛੁਪਾਉਣ ਲਈ ਜਾਂ ਇੱਕ ਜੁਰਮ ਨੂੰ ਛੁਪਾਉਣ ਲਈ ਬਾਕੀ ਜੁਰਮ ਕਰਦਾ ਤੇ ਉਹ ਜੁਰਮ ਦਰ ਜੁਰਮ ਕਰਦਾ। ਫਿਰ ਤੁਸੀਂ ਕਹੇ ਉਦੋਂ ਕਿਉਂ ਨਹੀਂ ਬੋਲੇ? ਫਿਰ ਇੱਕ ਜੀਂਦ ਕੋਲੇ ਪਤਾ ਨਹੀਂ ਕਿਹੜਾ ਜੀਂਦ ਸੀ, ਪਤਾ ਨਹੀਂ ਕਿੱਥੇ ਸੀ, ਉੱਥੇ ਦਾ ਇੱਕ ਪੁਲਿਸ ਮੁਲਾਜ਼ਮ ਸੀਗਾ, ਉਹ ਬਹੁਤ ਇਹਦੇ ਪਹਿਲਾਂ ਬਹੁਤ ਇਹਦਾ ਭਗਤ ਸੀਗਾ, ਫਿਰ ਇਹਦੇ ਗੱਲਾਂ ਬਾਤਾਂ ਕਰਨ ਲੱਗ ਗਿਆ ਸੀ ਤੇ ਉਹਨੂੰ ਮਾਰਨ ਦੀ ਖਾਤਰ 2 ਬੰਦੇ ਡੇਰਿਓਂ ਭੇਜੇ। ਉਹ ਬੰਦੇ ਡੇਰਿਓਂ ਉਹ ਜਿੱਥੇ ਰਹਿੰਦਾ ਸੀ ਉਹਦੇ ਤਾਹਾਂ ਛੱਤ ਤੇ ਚੜ੍ਹ ਗਏ ਔਰ ਜਿੱਥੇ ਪਿਆ ਸੀ ਉਹ ਬਾਹਰ ਖੋਲ੍ਹਣ ਲੱਗੇ ਸੀ। ਇੰਨੇ ਡੇਰਿਓਂ ਫੋਨ ਵਗ ਗਿਆ ਵੀ ਤੁਸੀਂ ਇਹ ਜਿਹੜਾ ਕਰਨ ਗਏ ਹੋ ਵਾਪਸ ਮੁੜਿਓ, ਹਜੇ ਨਹੀਂ ਕਰਨਾ, ਨਹੀਂ ਇਹ ਤੋਂ ਬਾਅਦ ਉਹ ਵੀ ਹੋ ਜਾਣਾ ਸੀ। ਇਹ ਸਾਰੀਆਂ ਜਦੋਂ ਗੱਲਾਂ ਮੇਰੇ ਸਾਹਮਣੇ ਆਈਆਂ ਤੇ ਫਿਰ ਮੈਂ ਇਕੱਲਾ ਉੱਥੇ ਕੁਛ ਨਹੀਂ ਕਰ, ਜੇ ਉਸ ਟਾਈਮ ਬੋਲ ਪਾਉਂਦਾ ਮੇਰਾ ਕੁਛ ਨਹੀਂ ਬਟਿਆ ਜਾਣਾ, ਜਿਹੜੀ ਸੱਚਾਈ ਸੀ ਇਹ ਸਾਰੀ ਲੁਕ ਜਾਣੀ ਸੀ। ਇਹ ਜਿਹੜੇ 10 ਮੁੰਡੇ ਹੁਣ ਸਾਹਮਣੇ ਆਏ ਸੀਗੇ ਉਹਨਾਂ ਦੇ ਕੇਸ ਦਾ ਕੀ ਬਣ ਰਿਹਾ ਹੈ ਇਸ ਵੇਲੇ? ਉਹਨਾਂ ਦੇ ਕੇਸ ਦਾ ਕਰੋਨਾ ਨੇ ਲਟਕਾਇਆ ਹੋਇਆ, ਹੋਰ ਕੋਈ ਹਾਈ ਕੋਰਟ 'ਚ CBI ਨੇ ਪਾਏ ਸੀ, ਉਹ ਹੁਣ ਐਕਸ਼ਨ 'ਚ ਆਈ ਸੀ ਸਰਕਾਰ ਆਪਣੇ ਹਾਈ ਕੋਰਟ ਤੇ ਫਿਰ ਕਰੋਨਾ ਦਾ ਦੁਆਰਾ ਲੱਗਦਾ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਡਿਲੇ ਕੀਤਾ ਜਾ ਰਿਹਾ, ਕਿਉਂਕਿ ਮਾਮਲੇ ਤਾਂ ਉਹ ਵੀ ਬਹੁਤ ਗੰਭੀਰ ਨੇ ਤੇ ਅਦਾਲਤ ਇਸ ਵੇਲੇ ਗੰਭੀਰ ਮਸਲਿਆਂ ਤੇ ਚਰਚਾ ਕਰ ਰਹੀ ਹੈ। ਇਹ ਲਮਕਾਉਣ ਦੇ ਤਾਂ ਇਹ ਮਾਹਿਰ ਹੈ ਕੇਸ ਨੂੰ, ਜਿਵੇਂ ਹੁਣ ਇਹੀ ਮੁੰਡਿਆਂ ਵਾਲਾ ਜਿਹੜਾ ਤੁਸੀਂ ਆਦੇ ਹੋ ਪੰਚਕੂਲੇ ਅਗਵਾਈਆਂ ਸ਼ੁਰੂ ਹੋ ਗਈਆਂ ਸੀ। ਹੰਸਰਾਜ ਜਿਹੜੇ ਨੇ ਕੇਸ ਕੀਤਾ ਉਹਦੀ ਅਗਵਾਈ ਸ਼ੁਰੂ ਹੋ ਵੀ ਗਈ, ਕ੍ਰਾਸ ਰਹਿ ਗਿਆ ਔਰ ਉਦੋਂ ਬਾਅਦ ਇਹ ਹਾਈ ਕੋਰਟ ਚਲਾ ਜਾਂਦੇ ਆ, ਸੁਪਰੀਮ ਕੋਰਟ 'ਚ ਚਲਾ। ਇਹਨਾਂ ਨੂੰ ਐਂ ਵੀ ਜਿੰਨਾ ਲੰਬੇ ਹੋਈ ਜਾਣਗੇ ਉਨਾ ਹੀ ਫਾਇਦਾ ਹੈ, ਜਿੰਨਾ ਲੰਬਾ ਇਹ ਲਮਕਾਉਣ 'ਚ ਤਾਂ ਇਹ ਮਾਰ ਹੈ। 2022 ਕੱਢਣਾ ਕਿਸੇ ਨਾ ਕਿਸੇ ਤਰੀਕੇ ਬਾਈ ਕੱਢਣਗੇ। ਖੱਟਾ ਜੀ, ਲੱਗਦਾ ਕਿ ਅਖੀਰ ਤੇ 2022 ਜਿੱਦਾਂ ਤੁਸੀਂ ਸ਼ੁਰੂ 'ਚ ਸ਼ੰਕਾ ਜਤਾਇਆ ਕਿ 2022 'ਚ ਬਾਹਰ ਆ ਜਾਊਗਾ ਰਾਮ ਰਹੀਮ, ਜਿਸ ਤਰ੍ਹਾਂ ਹੁਣ ਚੱਲ ਰਿਹਾ ਜੇ ਆਪਣੇ 10-12 ਦਿਨਾਂ ਦਾ ਕਦੇ
24 ਘੰਟੇ ਵਾਸਤੇ ਚੱਲ ਰਿਹਾ ਹੈ, ਕਦੇ ਫਿਰ ਪੀਜੀਆਈ ਚਲਾ ਜਾਂਦਾ, ਪੇਟ ਦਾ ਦਰਦ ਹੋ ਜਾਂਦਾ ਹੈ, ਫਿਰ ਪੀਜੀਆਈ ਤੋਂ ਜੇਲ੍ਹ ਚਲਿਆ ਜਾਂਦਾ, ਫਿਰ ਪੀਜੀਆਈ, ਫਿਰ ਵਿਧਾਨਤਾ 'ਚ। ਇਹ ਚੀਜ਼ਾਂ ਤਾਂ ਸ਼ੱਕ ਜ਼ਾਹਰ ਕਰ ਰਹੀਆਂ ਵੀ ਸਰਕਾਰ ਕੋਈ ਨਾ ਕੋਈ ਇਹਨੂੰ ਰਿਲੀਫ ਦੇਊਗੀ ਔਰ ਕੋਈ ਨਾ ਕੋਈ ਕਰੂਗੀ। ਪੰਜਾਬ 'ਚ ਬਣੀਆਂ ਸਿੱਟਾਂ ਨੂੰ ਪੇਸ਼ ਨਹੀਂ ਕਰਦੀ ਹਰਿਆਣਾ ਸਰਕਾਰ। ਪੰਜਾਬ ਦੀਆਂ ਸਿੱਟਾਂ ਵਾਰ-ਵਾਰ ਜਾਂਦੀਆਂ ਨੇ ਕਿ ਸਾਨੂੰ ਪੁੱਛਗਿੱਛ ਕਰਨ ਦਿੱਤੀ ਜਾਵੇ ਰਾਮ ਰਹੀਮ ਤੋਂ, ਉਦੋਂ ਪਰਮਿਸ਼ਨ ਨਹੀਂ ਦਿੱਤੀ ਜਾਂਦੀ, ਤੇ ਹੁਣ ਵੱਖ-ਵੱਖ ਸਮੇਂ ਤੇ ਉਹਨੂੰ ਵੱਖ-ਵੱਖ ਪਰਮਿਸ਼ਨਾਂ ਮਿਲਦੀਆਂ ਨੇ, ਬਾਹਰ ਵੀ ਜਾਂਦਾ, ਸਾਰਾ ਕੁਝ ਕਰਦਾ। ਤਾਂ ਇਹ ਲੱਗਦਾ ਕਿ ਦੋ ਤਰੀਕੇ ਦੀ ਇਸ ਵੇਲੇ ਪੋਲਿਟਿਕਸ ਹੈ ਚੱਲ ਰਹੀ। ਇਹ ਪੰਜਾਬ ਵਾਲਾ ਵੀ ਇੱਕ ਸਾਡੇ ਗੁਰੂ ਮਹਾਰਾਜ ਜੀ ਦਾ ਬੇਅਦਬੀ ਹੋਈ ਹੈ, ਕੋਈ ਕਿਸੇ ਕੋਈ ਆਮ ਖਿਤਾਬ ਦੀ ਨਹੀਂ ਹੋਈ, ਕੋਈ ਉਸ ਨੂੰ ਬੰਦਾ ਸਮਝੇ, ਗੁਰੂ ਮਹਾਰਾਜ ਜੀ ਦੀ ਹੋਈ ਹੈ। ਔਰ ਉਸ ਦੀ ਜਿਹੜੀ ਅੱਜ ਇਸ ਤਰ੍ਹਾਂ ਸੱਚਾਈ ਸਾਹਮਣੇ ਨਹੀਂ ਆ ਰਹੀ, ਤੇ ਇਹ ਜੇ ਬੰਦੇ ਵਿੱਚ ਪੈ ਕੇ ਜਿਵੇਂ ਮਰਜ਼ੀ ਚਲਾਉਣ ਤਾਂ ਫਿਰ ਇਹਦੇ ਉੱਤੇ ਕੀ ਹੋ ਸਕਦਾ। ਇਹ ਵੀ ਹੁਣ ਜਿਵੇਂ ਵਿਧਾਨਤਾ ਉਦੋਂ ਹੈ, ਤੇ ਹੁਣ ਸਿੱਟ ਨੂੰ ਚਾਹੀਦਾ ਵੀ ਇੱਥੋਂ ਆਪਣੇ ਇਹਦੇ ਬਰੰਟ ਲੈ ਕੇ ਉੱਥੋਂ ਲੈ ਕੇ ਆਉਣ, ਲਿਆ ਕੇ ਇੱਥੇ ਸੀਆਈ ਸਟਾਫ ਸਿੱਧਾ ਵਿਧਾਨਤਾ ਚੱਲ ਜਾਣ। ਹੁਣ ਕਿਹੜਾ ਕਰੋਨਾ ਪੋਜ਼ਿਟਿਵ ਹਾਂ ਕਰੋਨਾ ਪੋਜ਼ਿਟਿਵ ਹੈ, ਨੈਗੇਟਿਵ ਹੈਗਾ, ਉੱਥੋਂ ਲਿਆ ਕੇ ਤੇ ਲਿਆ ਕੇ ਸੀਆਈ ਸਟਾਫ 'ਚ ਲਿਜਾਣ, ਤੇ ਜਿਵੇਂ ਦੂਜਿਆਂ ਨਾਲ ਹੁੰਦਾ ਹੈ ਉਸ ਤਰ੍ਹਾਂ ਦਾ ਇਹਨੇ ਕੋਈ ਵਤੀਰਾ ਕਰਨ ਤੇ ਸਾਹਮਣੇ ਆ ਜਾਊ। ਇੱਕ ਘੰਟੇ 'ਚ ਮੈਂ ਆਦਾ ਵੀ ਨਾਲ ਦੀ ਨਾਲ ਤੋਤੇ ਵਾਂਗੂ ਬੋਲੂਗਾ ਵੀ ਹਾਂ ਫਲਾਣੇ ਬੰਦੇ ਨੂੰ ਮੈਂ ਐਂ ਕਿਹਾ ਸੀ, ਫਲਾਣੇ ਨੇ ਐਂ ਕਿਹਾ ਸੀ, ਤੂੰ ਗੱਡੀ 'ਚ ਬੈਠੀ, ਤੂੰ ਫਲਾਣੇ ਥਾਂ 'ਚ ਆਈ, ਤੂੰ ਇੱਥੇ ਆਈ, ਨਾਲ ਦੀ ਨਾਲ ਸਾਹਮਣੇ ਆ ਜਾਊ ਸਾਰਾ ਕੁਝ। ਪਰ ਇਹ ਮਦਭਾਗੀ ਗੱਲ ਇਹ ਹੀ ਹੈ ਵੀ ਇਹ ਤੇ ਹਜੇ ਕਿਉਂ ਨਹੀਂ ਜਾ ਰਿਹਾ। ਸਰਕਾਰਾਂ ਨਹੀਂ ਚਾਹੁੰਦੀਆਂ ਹੱਲੇ ਸ਼ਾਇਦ, ਸਾਹਮਣੇ ਸਾਰਾ ਪਤਾ ਹੈ ਵੀ ਇਹਦੇ ਤਾਈਂ ਤਾਰਾਂ ਪਹੁੰਚ ਗਈਆਂ, ਮੋੜ ਬੰਬ ਕਾਂਡ ਦੀਆਂ ਵੀ ਸਾਰੀਆਂ ਪਹੁੰਚ ਗਈਆਂ। ਉੱਥੇ 7 ਬੰਦੇ ਕਿ ਕਿੰਨੇ ਵਿਚਾਰੇ ਮਰ ਗਏ ਸੀ, ਉਹ ਵੀ 4.5 ਸਾਲ ਹੋ ਗਏ, ਉਹ ਵੀ ਲਟਕ ਰਿਹਾ ਮਾਮਲਾ। ਤੇ ਸਿਰਫ ਅੱਜ ਕੱਲ ਜਿਹੜਾ ਇਹ ਹੈ ਵੀ ਜਿਹਦੇ ਕੋਲੇ ਪੈਸਾ ਹੈ ਔਰ ਜਿਹਦੇ ਰਾਜਨੀਤੀ ਪਹੁੰਚ ਹੈ, ਉਹ ਚਾਹੇ ਮਰਡਰ ਕਰੇ ਚਾਹੇ ਬਲਾਤਕਾਰ ਕਰੇ, ਉਹਨੂੰ ਸਰਕਾਰਾਂ ਜਿਵੇਂ ਮਰਜ਼ੀ ਰਿਲੀਫ ਦੇ ਕੇ ਉਹਨੂੰ ਵਰਤਣਗੀਆਂ। ਖੱਟਾ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਤਮਾਮ ਸਮਾਂ ਦਿੱਤਾ ਸਾਨੂੰ। ਤਾਂ ਇਹ ਕਹਾਣੀ ਹੈ, ਇਹ ਹਕੀਕਤ ਹੈ। ਇਹ ਉਹ ਵਿਅਕਤੀ ਨੇ ਜਿਨ੍ਹਾਂ ਨੇ ਅਦਾਲਤ ਦੇ ਵਿੱਚ ਜਾ ਕੇ ਆਵਾਜ਼ ਚੁੱਕੀ ਸੀ, ਤੇ ਅੱਜ ਉਹਨਾਂ ਆਵਾਜ਼ਾਂ ਤੋਂ ਬਾਅਦ ਹੀ ਸਿੱਧੇ ਤੌਰ ਤੇ ਅਸੀਂ ਮੰਨਦੇ ਹਾਂ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਜ਼ਾ ਮਿਲੀ। 2 ਕੇਸ ਹੋਰ ਚੱਲ ਰਹੇ ਨੇ, ਰਣਜੀਤ ਸਿੰਘ ਦਾ ਤੇ 10 ਨੌਜਵਾਨ ਜਿਹੜੇ ਨਪੁੰਸਕ ਬਣਾਏ ਗਏ ਸੀ। ਤਾਂ ਉਮੀਦ ਇਹ ਵੀ ਕਰ ਰਹੇ ਨੇ ਕਿ ਉਹ ਮਾਮਲਿਆਂ ਦੇ ਵਿੱਚ ਵੀ ਇਨਸਾਫ ਹੋਊਗਾ, ਮੁੱਖ ਗਵਾਹ ਦੇ ਤੌਰ ਤੇ ਪੇਸ਼ ਹੋ ਰਹੇ ਨੇ। ਪਰ ਵੱਡੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਦੀ ਜਿਹੜੀ ਇਹ ਕੋਸ਼ਿਸ਼ ਹੈ, ਸਾਰਾ ਕੁਝ ਦੇਖਦੇ ਰਹੇ, ਵਾਚਦੇ ਰਹੇ, ਤੇ ਮੌਕਾ ਆਉਣ ਤੇ ਸਿੱਧੇ ਤੌਰ ਤੇ ਹਕੀਕਤ ਦੇ ਹੱਕ ਦੇ ਵਿੱਚ ਭੁਗਤੇ, ਦੱਸਿਆ ਕਿ ਕਿਸ ਤਰੀਕੇ ਨਾਲ ਵਿਅਕਤੀ ਕਤਲ ਕਰ ਰਿਹਾ, ਕਿਸ ਤਰੀਕੇ ਨਾਲ ਬਲਾਤਕਾਰ ਕਰ ਰਿਹਾ, ਕਿਸ ਤਰੀਕੇ ਨਾਲ ਨਪੁੰਸਕ ਬਣਾ ਰਿਹਾ ਲੋਕਾਂ ਨੂੰ। ਤਾਂ ਉਸ ਤੋਂ ਬਾਅਦ ਜਦੋਂ ਇਸ ਤਰੀਕੇ ਦੀਆਂ ਕਾਰਵਾਈਆਂ ਹੋਣਗੀਆਂ, ਇਸ ਤਰੀਕੇ ਨਾਲ ਉਹਨੂੰ ਛੱਡਿਆ ਜਾਵੇਗਾ, ਰਿਲੀਫ ਮਿਲੇਗੀ, ਪੈਰੋਲ ਮਿਲੇਗੀ, ਹਸਪਤਾਲਾਂ ਦੇ ਵਿੱਚ ਲੈ ਕੇ ਜਾਇਆ ਜਾਵੇਗਾ, ਹਨੀਪ੍ਰੀਤ ਨਾਲ ਮਿਲਣ ਦਾ ਮੌਕਾ ਦਿੱਤਾ ਜਾਵੇਗਾ, ਤਾਂ ਇਹਨਾਂ ਲੋਕਾਂ ਦੇ ਜ਼ਿਹਨ 'ਤੇ ਵੀ ਵੱਡੀ ਸੱਟ ਵੱਜਦੀ ਹੈ ਕਿ ਆਖਰਕਾਰ ਅਸੀਂ ਇੰਨੀ ਮਿਹਨਤ ਕੀਤੀ, ਇੰਨਾ ਸੱਚ ਬੋਲੇ, ਆਪਣੀ ਜਾਨ ਦਾਅ 'ਤੇ ਲਾਈ, ਤਾਂ ਉਸ ਤੋਂ ਬਾਅਦ ਜੇ ਸਰਕਾਰਾਂ ਅਜਿਹੀ ਚੀਜ਼ ਕਰਨਗੀਆਂ, ਅਜਿਹਾ ਵਤੀਰਾ ਕਰਨਗੀਆਂ, ਤਾਂ ਇਹਨਾਂ ਦੀ ਉਹ ਕੋਸ਼ਿਸ਼ ਦਾ ਸਿੱਟਾ ਕੀ ਨਿਕਲੇਗਾ। ਆਪਣੀ ਜਾਨ ਨੂੰ ਵੀ ਖਤਰਾ ਸਮਝ ਰਹੇ ਨੇ ਇਸ ਵੇਲੇ ਕਿ ਸਾਡੀ ਜਾਨ ਵੀ ਖਤਰੇ ਦੇ ਵਿੱਚ ਹੈਗੀ ਹੈ, ਤੇ ਸਰਕਾਰਾਂ ਨੂੰ ਅਜਿਹੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਭ ਤੋਂ ਵੱਡੀ ਗੱਲ ਇਹ ਕਿ ਸਿੱਧੇ ਤੌਰ ਤੇ ਜੋ ਕੁਝ ਵੀ ਵਾਪਰ ਰਿਹਾ ਇਸ ਵੇਲੇ, ਉਹਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਹੀਆਂ ਨੇ ਕਿ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ, ਤੇ 2022 ਦੇ ਵਿੱਚ ਹੋ ਸਕਦਾ ਕਿ ਇਸ ਵਿਅਕਤੀ ਦੀਆਂ ਜਿਹੜੀ ਪਾਵਰ ਹੈਗੀ ਆ ਉਹਦਾ ਇਸਤੇਮਾਲ ਕਰਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਜੋੜ ਤੋੜ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਵੱਡੇ ਸਵਾਲ ਨੇ ਕਿ ਆਖਰਕਾਰ ਸਿਰਫ ਵੋਟਾਂ ਦੇ ਕਰਕੇ ਹੀ ਅਜਿਹੇ ਵਿਅਕਤੀਆਂ ਨੂੰ ਛੱਡਿਆ ਜਾਵੇਗਾ। ਜੇ ਅਜਿਹੇ ਵਿਅਕਤੀ ਛੱਡੇ ਜਾ ਰਹੇ ਨੇ ਤਾਂ ਉਸ ਦੇ ਨਤੀਜੇ ਕੀ ਹੋ ਸਕਦੇ ਨੇ। ਤੁਸੀਂ ਆਪਣੇ ਸਵਾਲ, ਆਪਣੇ ਕਮੈਂਟ ਜਿਹੜੇ ਨੇ ਉਹ ਸਾਡੇ ਨਾਲ ਹਮੇਸ਼ਾ ਸਾਂਝੇ ਕਰ ਦਿਓ, ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।